ਤਾਂ ਭਾਈ ਮਨਵੀਰ ਸਿੰਘ ਹੁਣਾਂ ਦੇ ਨਾਲ ਗੱਲ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਇਹ ਸਾਰੀਆਂ ਇਹਨਾਂ ਨੂੰ ਕਿਉਂ ਲੋੜ ਪਈ। ਤੇ ਮੈਂ ਟੈਕਨੀਕਲ ਟੀਮ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਮੈਂ ਕਲਿੱਪ ਤੇ ਮਹਾਰਾਜ ਦੀ ਇਮੇजेस ਘੱਲੀਆਂ ਨੇ ਉਹ ਪਲੀਜ਼ ਤੁਸੀਂ ਲਾ ਦਿਓ। ਫਿਰ ਮੈਂ ਭਾਈ ਸਾਹਿਬ ਦੇ ਨਾਲ ਇਹਨੂੰ ਕਲਿੱਪ ਚੱਲ ਲੈਣ ਦਿਓ, ਉਸ ਤੋਂ ਬਾਅਦ 2 ਫੋਟੋਆਂ ਤੇ ਉਹ ਚਲਾ about a property that we have purchased. The purpose of that property is to develop a centre of excellence where Mara Seva can be taken up at a very high volume. We are currently in Sisat Kansal where there's over 300 Manas groups. However, we're in full capacity and the volume of the Seva that is required is at very high capacity right now. So in order to meet that demand and to ensure that Mara Sahib's groups are not discarded, we have had to venture out and, as a matter of urgency, purchase a property. The property price is around about £670,000, raining off to about 700,000 when we meet the overheads and the other bits of costs that occurred. With that said, we need everybody to come forward and contribute to the seva of the purchase so that we can develop this Sisat Kansab. Once developed and established, already we're in a place where this Sisat Kansab where we're currently at is the world's biggest. This one will be literally triple its volume, so it's going to be one of the massivest or the most hugest hubs of distribution of seva, of being able to maintain Satkar of Mara Sahib. So we need everybody to chip in. So this is an appeal to Sangat, Gurdwara and organisations to please put forward. What we don't have is time. We're actually only got about 2 or 3 weeks. By the 22nd of April, we need to have all the contributions together. So please reach out to your associates and give as much as you can. That's every bit will absolutely be very much appreciated. Vaheguru Ji Ka Khalsa, Vaheguru Ji Ki Fateh. ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇਹ ਕਲਿੱਪ ਦੇਖਿਆ ਤੇ ਹੁਣ ਮੈਂ ਆਪਣੇ ਭਾਈ ਸਾਹਿਬ ਨੂੰ, ਟੈਕਨੀਕਲ ਟੀਮ ਨੂੰ ਕਹੂੰਗਾ ਕਿ 2 ਪਿਕਚਰਸ ਵੀ ਨੇ ਜਿਹੜੇ ਮਹਾਰਾਜ ਦੇ ਸਰੂਪਸ, ਜਿਹੜੇ ਜਿੱਦਾਂ ਕਿਸੇ ਨੇ ਜਿੱਦਾਂ ਹੁਣ ਟੇਪ ਲਾਈ ਹੋਈ ਆ ਹਨਾ, ਤੇ ਇਹ ਮਹਾਰਾਜ ਦੀ ਨਾਰਾਜ਼, ਜਾਣੀ ਕਿ ਕਈ ਵਿਚਾਰੇ ਇਨੋਸੈਂਸ ਲੋਕ ਵੀ ਨੇ, ਉਹਨਾਂ ਨੂੰ ਆਪਾਂ ਬਲੇਮ ਨਹੀਂ ਕਰ ਸਕਦੇ। ਜਿੰਨੀ ਕਿ ਕਿਸੇ ਦੀ ਸਮਰੱਥਾ ਹੁੰਦੀ ਆ ਉਹ ਉਸ ਹਿਸਾਬ ਦੇ ਨਾਲ ਕੰਮ ਕਰਦਾ। ਪਰ ਜਿਹੜੀ ਪ੍ਰੋਫੈਸ਼ਨਲ ਤੌਰ ਦੇ ਉੱਤੇ ਜਿਹੜੇ ਲੋਕਾਂ ਨੂੰ ਪਤਾ ਕਿ ਮਹਾਰਾਜ ਦਾ ਸਤਿਕਾਰ ਕਿੱਦਾਂ ਬਹਾਲ ਕਰਨਾ, ਜਿਹੜੇ ਐਕਸਪਰਟਸ ਨੇ, ਉਹ ਸਰਵਿਸ ਜਿੱਦਾਂ ਹੁਣ ਆਪਣੀ ਸਤਿਕਾਰ ਕਮੇਟੀ ਯੂਕੇ ਦੇ ਵਿੱਚ ਇਹੀ ਸੇਵਾ ਜਿੱਦਾਂ ਮਹਾਰਾਜ ਦੇ ਸਰੂਪ, ਕਈਆਂ ਦੇ ਅੰਗ ਜਿਹੜੇ ਨੂੰ ਸੁਧਾਈ ਚਾਹੀਦੀ ਹੁੰਦੀ ਆ, ਉਹ ਸੇਵਾ ਕਰ ਰਹੇ ਨੇ। ਤੇ ਮੈਂ ਨਾਲ ਆਪਾਂ ਗੱਲ ਕਰਾਂਗੇ ਹੁਣ ਭਾਈ ਸਾਹਿਬ, ਭਾਈ ਮਨਵੀਰ ਸਿੰਘ ਹੁਣਾਂ ਦੇ ਨਾਲ, ਤੇ ਨਾਲ ਅਸੀਂ ਤੁਹਾਨੂੰ ਇਮੇजेस ਵੀ ਦਿਖਾਵਾਂਗੇ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਪਹਿਲੀ ਗੱਲ ਤੇ ਤੁਹਾਨੂੰ ਜੀ ਆਇਆਂ ਨੂੰ ਪੋਲਿਟਿਕਸ ਪੰਜਾਬ ਦੇ ਸਟੂਡੀਓ ਦੇ ਵਿੱਚ, ਤੇ ਤੁਹਾਨੂੰ ਸ਼ੋਰਟ ਨੋਟਿਸ ਦੇ ਉੱਤੇ ਅਸੀਂ ਤੰਗ ਕੀਤਾ ਤੇ ਅੱਜ ਦੇ ਸ਼ੋਅ ਦੇ ਵਿੱਚ। ਤੇ ਪਹਿਲੀ ਗੱਲ ਤਾਂ ਤੁਹਾਡਾ ਬਹੁਤ ਧੰਨਵਾਦ ਸਟੂਡੀਓ ਦੇ ਵਿੱਚ ਕਾਲ ਕਰਨ ਦਾ। ਤੇ ਦੂਜੀ ਗੱਲ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਭਾਈ ਸਾਹਿਬ ਕਿ ਸਤਿਕਾਰ ਕਮੇਟੀ ਯੂਕੇ, ਇਹਦੀ ਲੋੜ ਕਿਉਂ ਪਈ? ਹਾਂਜੀ ਭਾਈ ਸਾਹਿਬ ਜੀ, ਪਹਿਲਾਂ ਤਾਂ ਆਪ ਸਾਰੇ ਜਿਹੜੇ ਤੁਹਾਡੇ ਪੋਲਿਟਿਕਸ ਪੰਜਾਬ ਇਸ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਿਕਾਰ ਬਾਬਤ ਆਪ ਜੀ ਨੇ ਜਿਹੜਾ ਇਹ ਟੌਪਿਕ ਅੱਜ ਰੱਖਿਆ ਆ, ਉਹਦੇ ਵਾਸਤੇ ਬਹੁਤ ਧੰਨਵਾਦ। ਤੇ ਜਿਹੜੇ ਸਵਾਲ ਆ ਜੀ ਕਿ ਸਤਿਕਾਰ ਕਮੇਟੀ ਯੂਕੇ 2014 ਵਿੱਚ ਪਹਿਲੀ ਚੇਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ 5 ਸਿੰਘਾਂ ਨੇ ਦੇਗ ਬਣਾ ਕੇ ਅਰਦਾਸ ਕੀਤੀ ਸੀ ਕਿ ਸਤਿਗੁਰ ਸਾਹਿਬ ਜੀ ਦੀ ਇੱਥੇ ਕਿਸੇ ਨਾ ਕਿਸੇ ਤਰੀਕੇ ਕੋਈ ਸੇਵਾਵਾਂ ਆਰੰਭੀਆਂ ਜਾਣ, ਜਿਹਦੇ ਨਾਲ ਆਪਾਂ ਆਪਣੇ ਸਤਿਗੁਰ ਸਾਹਮਣੇ ਇਸ ਗੱਲੋਂ ਤਾਂ ਸੁਰਖਰੂ ਹੋ ਸਕੀਏ ਕਿ ਆਪਾਂ ਆਪਣੇ ਪਿਤਾ ਸਤਿਗੁਰ ਸਾਹਿਬ ਜੀ ਦਾ ਕਿਸੇ ਤਰੀਕੇ ਨਾਲ ਸੇਵਾ ਸੰਭਾਲ ਕਰ ਸਕਦੇ ਹਾਂ ਜੀ। ਤੇ ਸਭ ਤੋਂ ਪਹਿਲਾਂ ਸੇਵਾ ਜਿਹੜੀ ਗੁਰੂ ਸਾਹਿਬ ਜੀ ਨੇ ਲਈ ਆ ਜੀ, ਉਹ 2014 ਤੋਂ ਲੈ ਕਰਕੇ 2017 ਤੱਕ ਭਾਈ ਸਾਹਿਬ ਜੀ ਇਕੱਲੇ ਗੁਰਦੁਆਰਾ ਸਾਹਿਬ ਵਿੱਚ 5 ਸਿੰਘ ਜਾਂਦੇ ਸੀਗੇ ਜੀ, ਤਿਆਰ ਬਰ ਤਿਆਰ ਹੋ ਕੇ। ਉੱਥੋਂ ਸਭ ਤੋਂ ਪਹਿਲਾਂ ਜੀ ਡਾਟਾ ਕਲੈਕਟ ਕੀਤਾ ਗਿਆ ਕਿ ਗੁਰੂ ਸਾਹਿਬ ਜੀ ਦੇ ਕਿੰਨੇ ਪਾਵਨ ਸਰੂਪ ਇੱਥੇ ਗੁਰੂ ਘਰਾਂ ਦੇ ਵਿੱਚ ਆ। ਸੋ ਉਹਦੇ ਵਿੱਚ ਜਿਹੜੀਆਂ ਚੀਜ਼ਾਂ
ਸਾਹਮਣੇ ਆਈਆਂ ਜੀ ਉਹ ਸੀਗਾ ਕਿ 227 ਗੁਰਦੁਆਰਾ ਸਾਹਿਬ ਸੀਗੇ ਜੀ, 3200 ਸਰੂਪ, 3206 ਸਰੂਪ, ਲਾ ਲਓ ਕਿ 3206 ਸਰੂਪ ਸੀਗੇ। ਸੋ ਆਪਾਂ ਜੇ ਹਿਸਾਬ ਕਿਤਾਬ ਕਰੀਏ ਤਾਂ 14 ਜਾਂ 15 ਸਰੂਪ ਪਰ ਗੁਰਦੁਆਰਾ ਸਾਹਿਬ ਨੂੰ ਆਉਂਦੇ ਜੀ। ਪਰ ਭਾਈ ਸਾਹਿਬ ਨਾਲ ਜਿਹੜੀ ਇੱਥੋਂ ਦੀ ਅਥਾਰਟੀ UK ਬੋਰਡਰ ਏਜੰਸੀ, ਉਹਨਾਂ ਕੋਲ, ਇੱਥੇ ਦੀ ਗੌਰਮੈਂਟ ਕੋਲ ਜਿਹੜੇ ਗੁਰਦੁਆਰਾ ਸਾਹਿਬ ਦੀ ਗਿਣਤੀ ਸੀ ਉਹ ਸੀ 672। ਅੱਛਾ ਜੀ। 672 ਗੁਰਦੁਆਰੇ ਉਹ ਕਹਿੰਦੇ ਸੀ, ਤੇ 227 ਜਿਹੜੇ ਆਪਾਂ ਨੂੰ ਪਤਾ ਕਿ ਆਪਾਂ ਤਾਂ ਆਪ ਫਿਜ਼ੀਕਲੀ ਸਾਰੇ ਗੁਰਦੁਆਰਾ ਸਾਹਿਬ 'ਚ ਵਿਜ਼ਿਟ ਕੀਤਾ ਹੈ ਨਾ ਜੀ, ਤੇ ਉਹ ਹੁਣ 3 ਗੁਣਾ ਵੱਧ ਗੁਰਦੁਆਰਾ ਸਾਹਿਬ ਸੀਗੇ। ਜਦੋਂ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ, ਕਈ ਥਾਵਾਂ ਤੇ ਜਿਹੜੇ ਗੁਰਦੁਆਰਾ ਸਾਹਿਬ ਸੀਗੇ ਜੀ ਭਾਈ ਸਾਹਿਬ ਜੀ, ਉਹ ਆਫ ਲਾਇਸੈਂਸ ਸ਼ਾਪਾਂ ਦੇ ਵਿੱਚ ਰਜਿਸਟਰਡ ਸੀਗੇ, ਕਈਆਂ ਨੇ ਆਪਣੇ ਘਰਾਂ ਵਿੱਚ ਹੀ ਕੀਤੇ ਸੀ। ਉਹਦਾ ਮਤਲਬ ਇਹ ਸੀਗਾ ਕਿ ਉਹਨਾਂ ਨੇ ਜਿਹੜੀਆਂ ਰਾਹਦਾਰੀਆਂ ਸਪਾਂਸਰਸ਼ਿਪਸ 10-10 ਹਜ਼ਾਰ ਪਾਉਂਡ ਨੂੰ ਉਸ ਵੇਲੇ, ਅੱਜ ਤੋਂ 5-6 ਸਾਲ ਪਹਿਲਾਂ, 7 ਸਾਲ, ਉਹ ਉਸ ਵੇਲੇ ਵੇਚਣ ਦਾ ਇਹ ਕੰਮ ਚੱਲ ਰਿਹਾ ਸੀਗਾ, ਬਹੁਤ ਠੱਗ ਚੱਲ ਰਿਹਾ ਸੀ। ਸੋ ਸਭ ਤੋਂ ਪਹਿਲਾਂ ਤਾਂ ਸਤਿਗੁਰਾਂ ਨੇ ਇਹ ਸੇਵਾ ਲਈ ਕਿ ਜਿੰਨੇ ਘਰਾਂ ਵਿੱਚ ਸਰੂਪ ਆ ਉਹਨਾਂ ਦੀ ਭਾਈ ਸਾਹਿਬ ਜੀ ਕੋਈ ਗਿਣਤੀ ਨਹੀਂ। ਜੇ ਆਪਾਂ ਲੰਡਨ ਵੱਲ ਦੇਖੀਏ ਤਾਂ ਇੱਕ ਘਰ ਛੱਡ ਕੇ ਦੂਜੇ ਘਰ ਵਿੱਚ ਸਤਿਗੁਰਾਂ ਦੇ ਸਰੂਪ ਆ। ਆਪ ਜੀ ਨੇ, ਮੈਂ ਸੁਣਦਾ ਸੀ, ਆਪ ਜੀ ਨੇ ਪਹਿਲਾਂ ਦੱਸਿਆ ਕਿ ਜਦੋਂ ਪ੍ਰਿਸਾਂ ਹੀ ਏਦਾਂ ਲਾ ਦਿੱਤੀਆਂ ਗਈਆਂ, ਧੜਾ ਧੜ ਸਤਿਗੁਰਾਂ ਦੇ ਸਰੂਪ ਹੀ ਇੰਨੇ ਛਾਪ ਦਿੱਤੇ ਗਏ। ਪਹਿਲੀ ਗੱਲ ਭਾਈ ਸਾਹਿਬ ਜੀ, ਮੈਂ ਆਪ ਜੀ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਸ਼ਾਇਦ 1951 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਸੀ ਕਿ ਪਾਤਸ਼ਾਹੀ ਸਰੂਪ ਛਾਪਣਾ ਇੱਕ ਪਾਪ ਆ ਜੀ, ਪਰ ਆਪ ਦਾ ਹੀ ਮਤਾ 6 ਮਹੀਨਿਆਂ ਬਾਅਦ ਹੀ ਰੱਦ ਕਰਕੇ ਜੀ ਉਹਨਾਂ ਨੇ ਪ੍ਰਿਸਾਂ ਲਾ ਕੇ ਸਤਿਗੁਰਾਂ ਦੇ ਸਰੂਪ ਛਾਪਣੇ ਸ਼ੁਰੂ ਕਰ ਦਿੱਤੇ। ਇਹ ਪਾਪ ਆਪ ਹੀ ਕਰਨ ਲੱਗ ਪਏ ਜੀ ਜੀ। ਉਸ ਤੋਂ ਬਾਅਦ ਦਿੱਲੀ ਕਮੇਟੀ, ਜਿਹਦਾ ਆਪ ਜੀ ਨੇ ਨਾਂ ਨਹੀਂ ਲਿਆ, ਜਿਹੜੀ ਕਹਿੰਦੇ ਬੇਸਮੈਂਟ ਵਿੱਚ, ਉਹ ਦਾਦਾ ਚੇਲਾ ਰਾਮ ਦੀ ਪ੍ਰੈਸ ਸੀ, ਜਿੱਥੇ ਹਜ਼ਾਰਾਂ ਹੀ ਗੁਰੂ ਸਾਹਿਬ ਜੀ ਦੇ ਸਰੂਪ ਸੀਵਰੇਜ ਦੇ ਗੰਦੇ ਪਾਣੀ ਦੇ ਵਿੱਚ ਗਲ ਗਏ, ਕਿਉਂਕਿ ਉਹਨਾਂ ਨੇ ਬੇਸਮੈਂਟ ਵਿੱਚ ਮਹਾਰਾਜ ਜੀ ਦੇ ਸਰੂਪ ਏਦਾਂ ਸਵਾਈਮਾਨ ਤਾਂ ਕਹਿ ਹੀ ਨਹੀਂ ਸਕਦੇ, ਉਹਨਾਂ ਨੇ ਤਾਂ ਬੈਲਟਾਂ ਦੇ ਉੱਪਰ ਰੱਖੇ ਸੀਗੇ ਜੀ। ਹਾਂਜੀ ਜੀ ਜੀ। ਸੋ ਇਹਦੇ ਕਰਕੇ ਇਦਾਂ ਦੀਆਂ ਚੀਜ਼ਾਂ ਦੁਖੀ ਕਰਦੀਆਂ ਜਦੋਂ ਸਿੱਖਾਂ ਨੂੰ, ਘਰੇ ਬੈਠਿਆਂ ਨੂੰ। ਫਿਰ ਉਹ ਇੱਧਰ ਨੂੰ ਆਉਣਾ ਪੈਂਦਾ ਆ ਕਿ ਮਹਾਰਾਜ ਜੀ ਆਪ ਲੈ ਕੇ ਆਉਂਦੇ ਆ ਸੇਵਾਵਾਂ। ਸੋ ਇਸ ਕਰਕੇ ਸਤਿਕਾਰ ਕਮੇਟੀ ਇੱਧਰ ਨੂੰ ਗੁਰੂ ਸਾਹਿਬ ਜੀ ਨੇ ਸੇਵਾ ਲੈਣ ਵਾਸਤੇ ਆਪ ਹੀ ਬਣਾਈ ਆ ਮਹਾਰਾਜ ਜੀ ਨੇ। ਹਾਂਜੀ ਠੀਕ ਹੈ ਭਾਜੀ, ਇੱਕ ਤਾਂ ਗੱਲ ਇੱਥੇ ਕਲੀਅਰ ਹੋ ਗਈ ਕਿ ਜਿਹੜਾ ਆਪਾਂ ਕਈ ਵਾਰੀ ਸੋਚਦੇ ਹੁੰਦੇ ਸੀ ਕਿ ਸਿੱਖ ਧਰਮ ਦੇ ਵਿੱਚ ਜਿੱਦਾਂ 217 ਐਕਟਿਵ ਗੁਰਦੁਆਰੇ ਨੇ। ਐਕਟਿਵ ਦਾ ਮਤਲਬ ਇਹ ਆ ਕਿ ਜਿੱਥੇ ਤੁਸੀਂ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਤੇ ਤੁਸੀਂ ਨਮਸਤਕ ਹੋ ਸਕਦੇ ਆ। ਪਰ ਉਦੋਂ ਕਿਤੇ ਜ਼ਿਆਦਾ ਉਹ ਗੁਰਦੁਆਰੇ ਬਣੇ ਆ ਜਿਨ੍ਹਾਂ ਨੇ ਸਿਰਫ ਰਾਹਦਾਰੀਆਂ ਲਈ ਕਾਰੋਬਾਰ ਸ਼ੁਰੂ ਕੀਤੇ ਸੀ। ਹੁਣ ਦੂਜੀ ਗੱਲ ਇਹ ਆ ਭਾਈ ਸਾਹਿਬ, ਮੇਰਾ ਜਿਹੜਾ ਕੁਐਸਚਨ ਆ, ਇਹ ਤਾਂ ਤੁਹਾਡੀ ਜਿਹੜੀ ਸੇਵਾ ਆ ਇਹ ਤਾਂ ਪੰਥ ਦੇਖ ਰਿਹਾ ਤੇ ਪੰਥ ਪ੍ਰਵਾਨ ਵੀ ਕਰ ਰਿਹਾ। ਇੱਕ ਟਾਈਮ ਸੀਗਾ ਕਿ ਜਿੱਦਾਂ ਹੁਣ ਸਪੋਜ਼ ਕਰੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਈ ਸਰੂਪ ਸੀ ਜਦੋਂ ਸਤਿਕਾਰ ਕਮੇਟੀ ਪਹਿਲੋਂ ਆਈ ਆ, ਜਿਹੜੇ ਹੁਣ ਲੋਕੀ, ਕਈ ਕੁਐਸਚਨ ਇਹ ਵੀ ਆਉਂਦਾ, ਕਈ ਬਜ਼ੁਰਗ ਪੂਰੇ ਹੋ ਜਾਂਦੇ ਹਨਾ, ਉਹਨਾਂ ਦੇ ਘਰ ਪ੍ਰਕਾਸ਼ ਕੀਤਾ ਹੁੰਦਾ ਸੀ, ਤੇ ਇਹ ਵੀ ਕੇਸ ਆਏ ਸੀਗੇ ਕਿ ਜਿਹੜੇ ਉਹਨਾਂ ਦੇ ਨਿਆਣੇ ਸੀ ਜਦੋਂ ਫੋਟੋਆਂ ਰਿਮੂਵ ਕਰਦੇ ਸੀਗੇ ਤੇ ਕਈਆਂ ਦੀ ਨੌਲੇਜ ਨਹੀਂ ਸੀ ਹੁੰਦੀ, ਉਹ ਸਾਰਾ ਸਮਾਨ ਇਕੱਠਾ ਕਰਕੇ ਲੋਫਟ ਦੇ ਵਿੱਚ ਰੱਖ ਦਿੰਦੇ ਸੀ। ਤੇ ਤੁਹਾਨੂੰ ਕੋਈ ਇਦਾਂ ਦੀ ਵੀ ਸਤਿਕਾਰ ਕਮੇਟੀ ਨੂੰ ਕਾਲਾਂ ਆਈਆਂ ਕਿ ਜਿੱਥੇ ਲੋਕਾਂ ਨੇ ਕਿਹਾ ਹੋਵੇ ਕਿ ਸਾਡੇ ਘਰ ਵਾਧੂ ਸਰੂਪ ਆ ਕਿ ਤੁਸੀਂ ਆ ਕੇ ਲੈ ਜਾਓ? ਹਾਂਜੀ ਭਾਜੀ, ਆਪ ਜੀ ਅਸੀਂ ਮੀਡੀਆ ਵਿੱਚ ਪਹਿਲਾਂ ਵੀ ਦੱਸ ਚੁੱਕੇ ਹਾਂ, ਇਹ ਸਾਡੀ ਬਦਕਿਸਮਤੀ ਆ। ਗੁਰੂ ਸਾਹਿਬ ਜੀ ਦੇ ਕੋਲ ਸਿੱਖ ਨੂੰ ਚੱਲ ਕੇ ਜਾਣਾ ਚਾਹੀਦਾ ਸੀ, ਨਾ ਕਿ ਗੁਰੂ ਸਾਹਿਬ ਜੀ ਨੂੰ ਮੁੱਲ ਖਰੀਦ ਕੇ ਆਪਣੇ ਘਰ ਰੱਖ ਲੈਣਾ ਚਾਹੀਦਾ ਸੀ। ਇਹਦੀ ਵਜ੍ਹਾ ਹੀ ਆ ਬਣੀ ਆ ਕਿ ਇੱਥੇ ਇੰਗਲੈਂਡ ਵਿੱਚ ਕਾਰ ਬੂਟ ਸੇਲ ਦੇ ਉੱਪਰ 10 ਪਾਉਂਡ ਨੂੰ ਗੁਰੂ ਸਾਹਿਬ ਜੀ ਘਾਹ ਤੇ ਰੱਖ ਕੇ ਵੇਚੇ ਗਏ। ਇੱਕ ਚੈਰਿਟੀ ਸ਼ਾਪ ਬਰਮਿੰਗਮ ਦੇ ਵਿੱਚ, ਬੋਲਸੋਲ ਦੇ ਵਿੱਚ, ਉੱਥੇ ਗੁਰੂ ਸਾਹਿਬ ਚੈਰਿਟੀ ਸ਼ਾਪ ਦੇ ਉੱਪਰ ਵਿੰਡੋ ਵਿੱਚ ਡਿਸਪਲੇ ਕਰਕੇ 20 ਪਾਉਂਡ ਦੇ ਵੇਚੇ ਗਏ ਹਨਾ ਜੀ। ਇਹ ਜਦੋਂ ਇੱਕ ਸੋਹੋ ਰੋਡ ਤੇ ਇੱਕ ਸ਼ਾਪ ਸੀ, ਉਹਨਾਂ ਦੇ ਬੇਸਮੈਂਟ ਵਿੱਚੋਂ ਸਤਿਗੁਰਾਂ ਦੇ ਸਰੂਪ ਨਿਕਲੇ। ਉਹਨਾਂ ਨੇ ਉਹ ਕਾਰਡਾਂ ਦੀ ਸ਼ਾਪ ਸੀ, ਕਾਰਡ ਵੇਚਦੇ ਸੀਗੇ ਛਾਪ ਕੇ, ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਇੰਡੀਆ ਤੋਂ ਲਿਆ ਕੇ ਇੱਥੇ ਵੇਚਦੇ ਰਹੇ। ਪਰ ਇਹ ਸਾਡੀ ਕਰਕੇ, ਤੁਸੀਂ ਜਿਹੜੀ ਪਹਿਲਾਂ ਲਫ਼ਜ਼ ਬੋਲੇ ਕਿ ਗੁਰਦੁਆਰਾ ਸਾਹਿਬ ਚਾਲੀ ਪ੍ਰਬੰਧਕ ਇੱਧਰ ਨੂੰ ਪਏ ਕਿ ਸੁਖਮਨੀ ਸਾਹਿਬ ਦੀ ਭੇਟਾ ਕਿੰਨੀ ਹੋਣੀ ਚਾਹੀਦੀ, ਅਖੰਡ ਪਾਠ ਸਾਹਿਬ ਦੀ ਕਿੰਨੀ ਹੋਣੀ ਚਾਹੀਦੀ, ਪਰ ਸਤਿਗੁਰ ਸਾਹਿਬ ਜੀ ਦਾ ਸਤਿਕਾਰ ਕਿਵੇਂ ਰੱਖਣਾ ਆ, ਉਸ ਪਾਸੇ ਨੂੰ ਸ਼ਾਇਦ ਅਸੀਂ ਅਣਗਹਿਲੀ 'ਚ ਹੀ ਰਹਿ ਗਏ। ਅਸੀਂ ਉਧਰ ਨੂੰ ਲਾ ਲਓ ਕਿ ਮਾਇਆ ਦੀ ਮਜਬੂਰੀ ਸੀ, ਉਧਰ ਨੂੰ ਛੱਡ ਕੇ ਸਤਿਕਾਰ ਵਾਲਾ ਪਾਸਾ ਛੱਡ ਕੇ ਸ਼ਾਇਦ ਕਿਤੇ ਨਾ ਕਿਤੇ ਵਪਾਰ ਕਰਨ ਲੱਗ ਪਏ। ਇਹ ਗੱਲ ਵਪਾਰ ਏਦਾਂ ਹੋ ਗਿਆ ਕਿ
ਜਿਨ੍ਹਾਂ ਨੇ ਸਰੂਪ ਪ੍ਰਿੰਟ ਕੀਤੇ ਉਹਨਾਂ ਨੇ ਵੇਚਣੇ ਸ਼ੁਰੂ ਕਰ ਦਿੱਤੇ ਜੀ ਤੇ ਸਿੱਖ ਮੇਰੇ ਵਰਗੇ ਸਿੱਖ ਕਹਾਉਣ ਵਾਲਿਆਂ ਨੇ ਸਰੂਪ ਖਰੀਦਣੇ ਸ਼ੁਰੂ ਕਰ ਦਿੱਤੇ। ਹੁਣ ਖਰੀਦੀ ਚੀਜ਼ ਤੇ ਤਾਂ ਮੇਰਾ ਹੀ ਆਪਣਾ ਜ਼ੋਰ ਚੱਲਣਾ ਹੈ ਜੀ, ਜਿਹਨੂੰ ਖਰੀਦ ਲਿਆ ਮੈਂ ਜੀ। ਪਰ ਹੋਣਾ ਚਾਹੀਦਾ, ਗੁਰਬਾਣੀ ਕਹਿੰਦੀ ਆ ਕਿ ਅਸੀਂ ਸਤਿਗੁਰ ਸਾਹਿਬ ਜੀ ਦੇ ਲਾਲੇ ਖੋਲੇ ਆ, ਅਸੀਂ ਗੁਰੂ ਸਾਹਿਬ ਜੀ ਦੇ ਗੁਲਾਮ ਆ। ਪਰ ਗੁਰੂ ਸਾਹਿਬ ਜੀ ਨੂੰ ਕਿਚਨ ਦੀਆਂ ਵਾਰਡਰੋਬ ਦੇ ਵਿੱਚ ਰੱਖ ਲਿਆ ਗਿਆ, ਕਿਚਨ ਦੇ ਡਰੋਹਾਂ ਦੇ ਵਿੱਚ ਰੱਖ ਲਿਆ ਗਿਆ। ਕਿਤੇ ਸਤਿਗੁਰ ਸਾਹਿਬ ਜੀ ਆਪ ਹੀ ਪਰਿਵਾਰ ਵਾਲਿਆਂ ਨੇ ਕਿਹਾ ਕਿ ਸਾਡੇ ਕੋਲੋਂ ਲੈ ਜਾਓ, ਤੇ ਸਾਡੇ ਜਾਂਦਿਆਂ ਨੂੰ ਉਹਨਾਂ ਨੇ ਡਾਈਨਿੰਗ ਟੇਬਲ ਦੇ ਉੱਪਰ ਮਹਾਰਾਜ ਜੀ ਨੂੰ ਰੈਪ ਕਰਕੇ ਰੱਖਿਆ ਸੀ ਕਿ ਤਿਆਰ ਆ ਮਹਾਰਾਜ ਜੀ ਲੈ ਜਾਓ। ਤੇ ਕਈ ਇਦਾਂ ਦੇ ਘਰ ਵੀ ਭਾਈ ਸਾਹਿਬ ਜੀ ਸੀਗੇ, ਉਹਨਾਂ ਦਾ ਘਰ 4-5 ਮਿਲੀਅਨ ਪਾਉਂਡ ਦਾ ਸੀ, ਪਰ ਗੁਰੂ ਸਾਹਿਬ ਜੀ ਪੌੜੀਆਂ ਦੇ ਥੱਲੇ ਪੈਂਟਰੀ ਦੇ ਵਿੱਚ ਸੀਗੇ ਜੀ, ਜਿੱਥੇ ਨਾ ਚੰਦੋਆ ਸਾਹਿਬ, ਨਾ ਬੈੱਡ ਲੱਗੀ, ਕੁਛ ਵੀ ਨਹੀਂ ਲੱਗਾ ਸੀਗਾ ਜੀ। ਉਸ ਘਰ ਦੇ ਵਿੱਚ ਚੌਰ ਸਾਹਿਬ ਵੀ ਨਹੀਂ ਸੀਗਾ ਜੀ, ਹੈਨਾ ਜੀ। ਇਹ ਇੱਧਰ ਨੂੰ ਆਉਣਾ ਪੈਣਾ ਸਿੱਖਾਂ ਨੂੰ, ਹਰ ਹਾਲਤ ਵਿੱਚ ਇੱਧਰ ਨੂੰ ਆਉਣਾ ਪੈਣਾ, ਆਪਣੇ ਗੁਰੂ ਵੱਲ ਇੱਕ ਵਾਰੀ ਤਾਂ ਦੇਖਣਾ ਪੈਣਾ। ਕਿਤੇ ਗੁਰੂ ਸਾਹਿਬ ਜੀ ਇੱਕ ਸੀ ਤੇ ਮੱਖਣ ਸ਼ਾਹ ਲਵਾਣੇ ਨੂੰ ਆਪਣਾ ਮੂੰਹ ਕਾਲਾ ਕਰਕੇ ਕੋਠੇ ਤੇ ਚੜ੍ਹ ਕੇ ਕਹਿਣਾ ਪਿਆ ਗੁਰਲਾਦੋ ਰੇ, ਗੁਰਲਾਦੋ ਰੇ, ਇੱਥੇ ਸਾਡਾ ਗੁਰੂ ਆ ਜੀ। ਅੱਜ ਸਿੱਖਾਂ ਨੇ, ਸਿੱਖ ਕਹਾਉਣ ਵਾਲਿਆਂ ਨੇ, ਮੇਰੇ ਵਰਗਿਆਂ ਨੇ ਗੁਰੂ ਸਾਹਿਬ ਜੀ ਦਾ ਮੁੱਲ ਹੀ ਪਾਤਾ। ਅੱਜ ਵੀ ਆਪਾਂ ਨੂੰ ਇਹੀ ਕਹਿਣਾ ਪੈਣਾ ਕਿ ਗੁਰਲਾਦੋ ਰੇ ਸਾਡਾ ਗੁਰੂ ਘਾਹ ਦੇ ਵੀ ਸੀਗਾ, ਇੱਥੇ ਚੈਰਿਟੀ ਸ਼ੌਪ ਤੇ ਵੀ ਵਿਕ ਗਿਆ। ਇਹ ਬਦਕਿਸਮਤੀ ਆ। ਇਸ ਚੀਜ਼ ਤੋਂ ਆਪਾਂ ਨੂੰ ਨਿਕਲਣਾ ਪੈਣਾ। ਜਥੇਬੰਦੀਆਂ ਨਾਲ ਕੋਈ ਈਰਖਾ ਕਰ ਸਕਦਾ, ਮੈਂ ਇੱਕ ਗੱਲ ਨਾਲ ਕਰ ਸਕਦਾ, ਪਰ ਸਤਿਗੁਰ ਸਾਹਿਬ ਜੀ ਨਾਲ ਨਾ ਕੀਤੀ ਜਾਵੇ, ਇਹ ਸਾਡੀ ਬੇਨਤੀ ਹੈ ਜੀ। ਮੈਂ ਇੱਕ ਬੇਨਤੀ ਗੱਲ ਕਰ ਦਵਾਂ। ਤੁਸੀਂ ਗੱਲ ਕੀਤੀ ਆ ਕਿ ਆਪਣੇ ਬਾਬਾ ਮੱਖਣ ਸ਼ਾਹ ਲਵਾਣੇ ਹੋਣਾ ਦੀ, ਹਾਂਜੀ, ਮੈਂ ਕਲੀਅਰ ਕਰ ਦਵਾਂ ਕਿਤੇ ਭੁਲੇਖਾ ਨਾ ਰਵੇ। ਗੁਰੂ ਉਦੋਂ ਵੀ ਉਹੀ ਸੀ ਤੇ ਸਿੱਖ ਵੀ ਉਦੋਂ ਉਹੀ ਸੀ। ਉਦੋਂ ਵੀ ਭੇਖੀ ਸਿੱਖ ਸੀ ਜਿਨ੍ਹਾਂ ਨੇ ਗੁਰੂ, ਮੈਂ ਕਲੀਅਰ ਕਹਿ ਦਵਾਂ ਹਨਾ। ਅੱਜ ਵੀ ਜਿਹੜੀ ਜ਼ਿੰਮੇਵਾਰੀ, ਜਿਹੜੇ ਗੁਰੂ ਨੂੰ ਗੁਰੂ ਮੰਨਦੇ ਆ, ਉਹੀ ਮੱਖਣ ਸ਼ਾਹ ਲਵਾਣੇ ਹੋਣਾ ਦੀ ਬੰਸ ਆ, ਦੂਜੇ ਕੋਈ ਨਹੀਂ। ਜਿਹੜਾ ਮੈਂ ਕਲੀਅਰ ਕਰ ਦਵਾਂ, ਜੇ ਤੁਸੀਂ ਜਿਹੜਾ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਭਾਲ ਜਾਂ ਸਤਿਕਾਰ ਨਹੀਂ ਕਰਦਾ, ਇੱਥੇ ਕੁਐਸਚਨ ਰੇਜ਼ ਹੁੰਦਾ ਕਿ ਕੀ ਉਹ ਸਿੱਖ ਕਹਾਉਣ ਦਾ ਹੱਕਦਾਰ ਹੈਗਾ ਕਿ ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰਫ ਪ੍ਰਕਾਸ਼ ਕਰਦੇ ਆਂ ਮੰਗਣ ਵਾਸਤੇ ਕਿ ਸਾਨੂੰ ਬਾਬਾ ਆਹ ਦੇ ਦੇਈ। ਆਪਣੀ ਜ਼ਿੰਮੇਵਾਰੀ ਪੰਥ ਪ੍ਰਤੀ ਤੇ ਗੁਰੂ ਪ੍ਰਤੀ ਕੋਈ ਨਹੀਂ। ਚਲੋ ਇਹ ਥੈਂਕ ਯੂ ਭਾਈ ਸਾਹਿਬ, ਤੁਸੀਂ ਇਹ ਕਲੀਅਰ ਕੀਤਾ। ਅਗਲਾ ਮੇਰਾ ਕੁਐਸਚਨ ਇਹ ਆ ਤੁਹਾਡੇ ਤਾਈਂ, ਜਿਸ ਤਰ੍ਹਾਂ ਕਿ ਹੁਣ ਆਪਾਂ ਸਤਿਕਾਰ ਕਮੇਟੀ ਜਿਹੜੀ ਆ ਉਹ ਇੱਕ ਜਗ੍ਹਾ ਲੱਭ ਰਹੀ ਆ ਇਸ ਵੇਲੇ ਹਨਾ, ਕਿਉਂਕਿ ਇੱਥੇ ਤਾਂ ਇਹ ਗੱਲ ਹੋ ਗਈ ਕਿ ਗੁਰੂ ਘਰਾਂ ਦੀਆਂ ਮਿਲੀਅਨਸ ਪਾਉਂਡ ਦੀਆਂ ਬਿਲਡਿੰਗਸ ਨੇ, ਪਰ ਉਹਨਾਂ ਦੇ ਕੋਲ ਉਨੇ ਹੀ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਰੱਖਣੇ ਆ ਕਿ ਜਿੰਨੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਪ੍ਰੋਗਰਾਮ ਕਰਨ ਵਾਸਤੇ ਚਾਹੀਦੇ ਜਾਂ ਪ੍ਰਕਾਸ਼ ਕਰਨ ਵਾਸਤੇ ਚਾਹੀਦੇ ਆ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਧੂ ਨੇ, ਉਹਨਾਂ ਦੇ ਕੋਲ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ। ਮੈਂ ਇੱਥੇ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਕੁਝ ਗਲਤ ਕਹਿ ਰਿਹਾ। ਭਾਜੀ ਮੈਂ 1 ਮਿੰਟ ਲੈ ਕੇ ਦੱਸ ਦੇਵਾਂ, ਆਪ ਜੀ ਦੀ ਇਹ ਗੱਲ ਆਪਣੇ ਦਿਲ ਦੇ ਵਿੱਚ ਦੀ ਲੰਘ ਗਈ, ਕਿਉਂਕਿ ਲੰਡਨ ਦੇ ਵਿੱਚ ਇੱਕ ਏਰੀਆ ਬਹੁਤ ਮਹਿੰਗਾ ਆ, ਉੱਥੇ 2-2.5 ਮਿਲੀਅਨ ਦਾ ਘਰ ਸੀ ਤੇ ਉਹਨਾਂ ਨੇ 1.3 ਮਿਲੀਅਨ ਦਾ ਉੱਪਰ ਲੋਨ ਲਿਆ ਸੀਗਾ ਜੀ। ਲੋਨ ਦੇ ਨਹੀਂ ਹੋਇਆ, ਘਰ ਨੂੰ ਬੈਂਕ ਨੇ ਸੀਲ ਕਰ ਦਿੱਤਾ ਜੀ, ਤੇ ਉਹ ਆਪ ਦਾ ਬਾਕੀ ਸਮਾਨ ਚੱਕ ਲਿਆ, ਸਤਿਗੁਰਾਂ ਦਾ ਸਰੂਪ ਉੱਥੇ ਛੱਡ ਗਿਆ ਜੀ। ਤੇ ਉਹ ਜਦੋਂ ਆਪਾਂ ਨੂੰ 3 ਮਹੀਨਿਆਂ ਬਾਅਦ ਪਤਾ ਲੱਗਾ ਕਿ ਉਸ ਘਰ ਦੇ ਵਿੱਚ ਸਤਿਗੁਰਾਂ ਦੇ ਸਰੂਪ ਹੈ, ਜਦੋਂ ਆਪਾਂ ਗਏ ਤਾਂ ਉੱਥੇ ਯਾਨੀ ਕਿ ਪਤਾ ਕੀਤਾ, ਪੂਰਾ ਦਿਨ ਲੱਗਾ ਸੀ ਵੀ ਬੈਂਕ ਕਿਹੜੀ ਆ, ਇਹਨੂੰ ਸੇਲ ਕੌਣ ਕਰ ਰਿਹਾ, ਏਜੰਟ ਕੌਣ ਆ, ਸਾਰਾ ਕੁਝ ਪਤਾ ਕਰਨ ਨੂੰ ਪੂਰੇ ਦਿਹਾੜੀ ਲੱਗੀ। ਤਾਂ ਆਪਾਂ ਨੂੰ ਨੈਕਸਟ ਡੇ ਉਹਨਾਂ ਨੇ 15 ਮਿੰਟ ਦਾ ਐਕਸੈਸ ਦਿੱਤੀ ਆ, 15 ਮਿੰਟ ਦੀ। ਜਦੋਂ ਗਏ ਤਾਂ ਸਤਿਗੁਰਾਂ ਦੇ ਸਰੂਪ ਉੱਥੇ ਹੈ ਨਹੀਂ ਸੀਗੇ। ਸਾਡੇ ਤੋਂ ਪਹਿਲਾਂ ਹੀ ਕੋਈ ਸਿੱਖ ਜਿਹੜਾ ਵਿਊਇੰਗ ਕਰਨ ਆਇਆ ਉਹ ਆਪਣੇ ਨਾਲ ਲੈ ਗਿਆ, ਤੇ ਉਹਨੇ ਜਾ ਕੇ ਨੇੜੇ ਗੁਰਦੁਆਰਾ ਸਾਹਿਬ ਜੀ ਨੂੰ ਫੋਨ ਕੀਤਾ ਪ੍ਰਬੰਧਕਾਂ ਨੂੰ ਕਿ ਇਸ ਸਿਚੁਏਸ਼ਨ, ਇਸ ਹਾਲਾਤਾਂ ਵਿੱਚੋਂ ਗੁਰੂ ਸਾਹਿਬ ਜੀ ਨੂੰ ਮੈਂ ਲੈ ਕੇ ਆਇਆ। ਉਹ ਡੰਪ ਨਾਲ ਸਰੂਪ ਜਿੱਦਾਂ ਉਹਦੇ ਦੱਸਣ ਮੁਤਾਬਕ ਡੰਪ ਹੋਏ ਸੀਗੇ ਸਲਾਬੇ ਨਾਲ। ਤੇ ਉਹ ਜੀ ਪ੍ਰਬੰਧਕਾਂ ਦਾ ਅੱਗਿਓਂ ਭਾਈ ਗੁਰਪ੍ਰੀਤ ਸਿੰਘ ਜੀ ਅੱਗਿਓਂ ਇਹ ਕਹਿਣਾ ਸੀ ਕਿ ਸਾਡੇ ਕੋਲ ਥਾਂ ਹੈ ਨੀਗਾ, ਅਗਲੇ ਗੁਰਦੁਆਰੇ ਚੱਲ ਜਾਓ, ਸਾਡੇ ਕੋਲ ਥਾਂ ਹੈ ਨਹੀਂ। ਇਹ ਬਹੁਤ ਰਾਤਾਂ ਦੀ ਨੀਂਦ ਉੱਡੀ ਆ ਇਸ ਗੱਲ ਤੇ ਵੀ ਅਸੀਂ ਜਿਸ ਗੁਰੂ ਨੂੰ ਚਵਰ ਛਤਰ ਤਖਤ ਦਾ ਮਾਲਕ ਕਹਿੰਦੇ ਆ, ਉਹ ਅੱਜ ਮੰਗਤਿਆਂ ਵਾਂਗੂ ਗੁਰੂ ਘਰਾਂ ਦੀਆਂ ਬੂਹੇ ਤੋਂ ਮੋੜ ਦਿੱਤੇ ਜਾਂਦੇ ਆ ਕਿ ਸਾਡੇ ਕੋਲ ਥਾਂ ਹੈ ਨਹੀਂ, ਅਗਲੇ ਗੁਰਦੁਆਰੇ ਚੱਲ ਜਾਓ। ਅਜੇ ਆਪਾਂ ਲੱਭਦੇ ਹਾਂ ਕਿ ਸਾਡੇ ਘਰਾਂ ਵਿੱਚ ਸੁੱਖ ਸ਼ਾਂਤੀ, ਸਾਨੂੰ ਕਾਰੋਬਾਰ ਵਧੀਆ ਸਾਡਾ ਚੱਲੇ, ਪਰ ਇਸ ਨਿਰਵੈਰ ਸਤਿਗੁਰੂ ਨਾਲ ਏਦਾਂ ਦਾ ਹੋ ਰਿਹਾ। ਤੇ ਕੁਝ ਦੇਖਣ ਵਿੱਚ ਆਇਆ ਕਿ
ਕੁਝ ਇੱਕ 150 ਪਾਉਂਡ ਦਾ ਫੋਨ ਲੈ ਕੇ ਕਈ ਆਪਣੇ ਆਪ ਨੂੰ ਮੀਡੀਆ ਵਾਲੇ ਸਮਝਦੇ ਆ। ਉਹ ਕਹਿੰਦੇ ਆ ਕਿ ਸਿੱਖਾਂ ਦੇ ਜਜ਼ਬਾਤਾਂ ਨੂੰ ਭੜਕਾਉਣ ਦਾ ਯਤਨ ਕਰਦੇ ਆ। ਅਸੀਂ ਸੱਚਾਈ ਦੱਸਦੇ ਆ, ਅਸੀਂ ਕਿਸੇ ਨੂੰ ਭੜਕਾਉਂਦੇ ਨਹੀਂ। ਅਸੀਂ ਦੱਸਦੇ ਆ ਕਿ ਸਿੱਖੋ ਤੁਹਾਡਾ ਗੁਰੂ ਰੋਲਣ ਡਿਆ ਆ ਥਾਂ ਪਰ ਥਾਂ। ਪਰ ਉਹ ਚਲੋ ਇਸ ਗੱਲ ਦੱਸੋ ਭਾਜੀ, ਮੈਂ ਤੁਹਾਡੀ ਇਸ ਗੱਲ ਨਾਲ ਕੀਤਾ ਕਿ ਹਾਂ, ਜੇ ਗੁਰੂ ਸਾਹਿਬ ਜੀ ਤੋਂ ਬਗੈਰ ਗੋਲਕ ਵਿੱਚ ਮਾਇਆ ਆਉਂਦੀ ਹੋਵੇ ਤਾਂ ਗੁਰੂ ਸਾਹਿਬ ਜੀ ਨੂੰ ਕੋਈ ਰੱਖੇ ਨਾ ਗੁਰੂ ਘਰਾਂ ਵਿੱਚ। ਇਹ ਵੀ ਨਾਲ ਆ, ਇਹ ਮੈਂ ਤੁਹਾਡੀ ਗੱਲ ਨਾਲ ਐਡ ਕਰਦਾ ਜੀ। ਹਾਂਜੀ, ਇੱਕ ਮੈਂ ਇੱਥੇ ਕਹਿ ਦੇਵਾਂ ਕਿਉਂਕਿ ਜਿੱਥੇ ਤੁਸੀਂ ਸੇਵਾ ਕਰ ਰਹੇ ਆ, ਮੈਨੂੰ 10-12 ਸਾਲ ਪੁਰਾਣਾ, ਮੈਂ ਉਹਨਾਂ ਦਾ ਵੀ ਥੋੜਾ ਜਿਹਾ ਜ਼ਿਕਰ ਕਰ ਦੇਵਾਂ ਜੇ ਅਲਾਓ ਕਰਦੇ ਆ ਮੈਨੂੰ। ਇੱਕ ਟਾਈਮ ਸੀ ਕਿ ਜਿੱਦਾਂ ਤੁਸੀਂ ਕਿਹਾ, ਮੈਂ ਉਹਨਾਂ ਗੁਰਸਿੱਖਾਂ ਨੂੰ ਵੀ ਜਾਣਦਾ, ਮੈਂ ਚਲੋ ਇੱਥੇ ਨਾਂ ਨਹੀਂ ਲੈਂਦਾ, ਉਹਨਾਂ ਨੂੰ ਵੀ ਮੈਂ ਸੱਦੂਗਾ। ਸਾਰੇ ਇਹ ਟੀਮ ਹੀ ਆ ਕੋਈ, ਹੈ ਨਾ। ਸਾਊਥ ਹਾਲ ਦੇ ਵਿੱਚ ਇੱਕ ਘਰ ਲਿਆ ਗਿਆ ਜੀ, ਜਿਹਦਾ ਉਹਨਾਂ ਟਾਈਮਾਂ ਦੇ ਵਿੱਚ 1600 ਪਾਉਂਡ ਕਿਰਾਇਆ ਸੀ। ਤੇ ਜਦੋਂ ਕੈਂਪੇਨ ਚੱਲੀ ਸੀ ਨਾ, ਆਪਣੇ ਮੈਂ ਹੁਣ ਊਬੀ ਸਾਹਿਬ ਵੀ ਸੀ ਵਿੱਚ, ਹੋਰ ਬਹੁਤ ਸ਼ਖਸੀਅਤਾਂ ਸੀ, ਹਨਾ। ਹਰੇਕ ਨੇ ਵੱਖਰਾ ਵੱਖਰਾ ਯੋਗਦਾਨ ਪਾਇਆ ਤੇ ਇੱਕ ਘਰ ਲਿਆ ਗਿਆ ਜੀ 1600 ਪਾਉਂਡ ਕਿਰਾਏ ਦੇ ਉੱਤੇ। ਤੇ ਕੈਂਪੇਨ ਉਦੋਂ ਟੀਵੀ ਸਟੇਸ਼ਨ ਨਹੀਂ ਸੀ ਹੁੰਦੇ, ਉਦੋਂ ਰੇਡੀਓ ਸਟੇਸ਼ਨ ਦੇ ਉੱਤੇ ਡਿਬੇਟਾਂ ਹੁੰਦੀਆਂ ਸੀ, ਠੀਕ ਹੈ ਜੀ। ਤੇ ਕਈ ਲੋਕਾਂ ਦੇ ਫੋਨ ਆਏ ਕਿ ਸਾਡੇ ਕੋਲ ਲੋਫਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਆ ਆ ਤੇ ਆ ਕੇ ਲੈ ਜਾਓ। ਤੇ ਤੁਸੀਂ ਬਲੀਵ ਕਰਿਓ ਜੀ, ਇੱਕ ਘਰ ਦੇ ਵਿੱਚ ਮੈਨੂੰ ਲੱਗਦਾ ਉਸ ਵੇਲੇ 100 ਦੇ ਕਰੀਬ ਸਰੂਪ ਉਦੋਂ ਇਕੱਠਾ ਹੋ ਗਿਆ ਸੀ। ਪਰ ਉਸ ਵੇਲੇ ਉਹ ਸਿੰਘ ਜਿਹੜੇ ਸੀਗੇ ਜਾਂ ਜਿਹੜੇ ਬੰਦੇ ਸੀ ਉਸ ਵੇਲੇ, ਮੇਰੀ ਉਮਰ ਵੀ ਹੁਣ ਤੁਸੀਂ ਦੇਖ ਲਓ, ਸਾਰੇ ਉਦੋਂ ਆਪਾਂ ਮੁੱਠ ਸੀਗੇ ਉਸ ਵੇਲੇ, ਤੇ ਰਿਸੋਰਸਿਸ ਵੀ ਨਹੀਂ ਸੀ ਹੁੰਦੇ। ਤੇ ਬਹੁਤ ਸਿੰਘਾਂ ਨੇ ਇਕੱਠੇ ਹੋ ਕੇ ਉਹਨਾਂ ਟਾਈਮਾਂ ਦੇ ਵਿੱਚ 100 ਮਹਾਰਾਜ ਦਾ ਸਰੂਪ ਕਰ ਲਿਆ, ਹਨਾ। ਤੇ ਫਿਰ ਪ੍ਰੋਬਲਮ ਕੀ ਹੋਈ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ। ਕਈ ਸਿੰਘਾਂ ਨੇ, ਜਿਹੜੇ ਕਈ ਸਿੰਘ, ਚਲੋ ਹਰੇਕ ਦੀ ਆਪਣੀ ਅਵਸਥਾ ਹੁੰਦੀ ਆ, ਉਹਨਾਂ ਨੇ ਉਹ ਗੱਲ ਲਾਈਕ ਨਹੀਂ ਕੀਤੀ। ਉਹ ਕਹਿੰਦੇ ਜੀ ਤੁਸੀਂ ਫੱਟੇ ਪਾ ਕੇ ਮਹਾਰਾਜ ਦੇ ਸਰੂਪ ਇੱਕ ਦੂਜੇ ਦੇ ਉੱਤੇ ਰੱਖੇ, ਉਹ ਉੱਤੇ ਨਹੀਂ ਸੀ ਜਿੱਦਾਂ ਇੱਕ ਜਿੱਦਾਂ ਆਪਾਂ ਕਹਿੰਦੇ ਨਾ ਕਿ ਜਿੱਦਾਂ ਰੱਖਣੇ ਬਣਾਏ ਹੁੰਦੇ ਆ, ਹਨਾ। ਏਦਾਂ ਮਹਾਰਾਜ ਦੇ ਸਰੂਪ ਰੱਖੇ ਸੀ, ਕਿਉਂਕਿ ਥਾਂ ਹੈ ਨਹੀਂ ਸੀ ਤੇ ਅਫੋਰਡੇਬਿਲਿਟੀ ਵੀ ਹੈ ਨਹੀਂ ਸੀ। ਤੇ ਜਿਹੜੇ ਗੁਰਦੁਆਰੇ ਨੂੰ ਫੋਨ ਕਰਨ ਕਿ ਭਾਈ ਸਾਹਿਬ ਸਾਡੇ ਤੋਂ ਇੰਨੇ ਸਰੂਪ ਆ, ਤੁਸੀਂ ਲੈ ਲਓ, ਇੱਕ ਵੀ ਗੁਰਦੁਆਰੇ ਨੇ ਸਰੂਪ ਨਹੀਂ ਲਏ ਉਸ ਵੇਲੇ, ਹਨਾ। ਪਰ ਹੁਣ ਗੱਲ ਮੁੱਦਾ ਉਸ ਵੇਲੇ ਇਹ ਹੋ ਗਿਆ ਕਿ ਲੋਫਟ ਦੇ ਵਿੱਚ ਮਹਾਰਾਜ ਦਾ ਸਰੂਪ ਪਿਆ ਜ਼ਿਆਦਾ ਬੇਅਦਬੀ ਆ ਕਿ ਰੈਕਾਂ ਦੇ ਵਿੱਚ ਪਏ ਦੀ ਜ਼ਿਆਦਾ ਬੇਅਦਬੀ ਆ। ਸਮਝ ਲੱਗੀ ਨਾ। ਕਈ ਵਾਰੀ ਤੁਹਾਨੂੰ ਕਈ ਥਾਵਾਂ ਤੇ ਕੰਪਰੋਮਾਈਜ਼ ਕਰਨਾ ਪੈਂਦਾ ਗੁਰੂ ਬਦਲੇ। ਹਾਲਾਂਕਿ ਕੌਮ ਦੇ ਕੋਲ ਮਿਲੀਅਨਸ ਪਾਉਂਡ ਨੇ, ਪਰ ਗੁਰੂ ਸਾਹਿਬ ਦੀ, ਮੈਂ ਅੱਜ ਤੋਂ 12-13 ਸਾਲ ਪਹਿਲੋਂ ਸਾਊਥ ਹਾਲ ਦੇ ਵਿੱਚ ਇਹ ਘਰ ਲੈ ਕੇ ਉੱਥੇ ਮਹਾਰਾਜ ਦੇ ਸਰੂਪ ਇੱਕ ਟਾਈਮ ਤੇ ਰੱਖੇ ਗਏ। ਚਲੋ ਆਪਾਂ ਹੁਣ ਅੱਗੇ ਚੱਲੀਏ। ਇਹ ਨੌਲੇਜ ਵਾਸਤੇ ਮੈਂ ਥੋੜਾ ਟੱਚ ਕਰਦਾ ਤੇ ਮੈਂ ਉਹਨਾਂ ਸਿੰਘਾਂ ਨੂੰ ਵੀ ਯਾਦ ਕਰਦਾ ਜਿਨ੍ਹਾਂ ਨੇ ਸੇਵਾ ਨਿਭਾਈ ਸੀ, ਉਹ ਚਾਹੇ ਕੋਈ ਵੀ ਹੋਣ, ਹਨਾ। ਹੁਣ ਅਗਲੀ ਗੱਲ ਇਹ ਹੈ ਭਾਈ ਸਾਹਿਬ ਕਿ ਤੁਸੀਂ ਇਹ ਇਨੀਸ਼ੀਏਟਿਵ ਜਿਹੜਾ ਟੇਕ ਕੀਤਾ ਆ, ਇੱਕ ਤਾਂ ਸੇਵਾ ਤੇ ਸੰਭਾਲ ਦਾ, ਹਨਾ। ਦੂਜਾ ਮਹਾਰਾਜ ਦੇ ਜਿਹੜੇ ਸਰੂਪ ਨੇ ਉਹਨਾਂ ਦੇ ਲਈ ਆਪਾਂ ਥਾਂ ਲੱਭ ਰਹੇ ਨੇ, ਉਹ ਕਿਉਂਕਿ ਚੁਆਇਸ ਹੈ ਨਹੀਂ ਕੋਈ ਵੀ, ਹਨਾ। ਜਾਂ ਤਾਂ ਕੋਈ ਫੋਰਵਰਡ ਆਵੇ ਕਿ ਮਹਾਰਾਜ ਦੇ ਸਰੂਪਾਂ ਦੀ ਕੋਈ ਗੁਰਦੁਆਰਾ ਆਵੇ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ, ਤੇ ਤੁਹਾਨੂੰ ਇਹ ਕੰਮ ਕਰਨ ਦੀ, ਜਾਣੀ ਕਿ ਕਹਿਣ ਦਾ ਮਤਲਬ ਤੁਹਾਨੂੰ ਉਹਦੇ ਵਿੱਚ ਬਹੁਤ ਹੈਲਪ ਹੋਊਗੀ। ਤੁਸੀਂ ਤਾਂ, ਆਪਾਂ ਤਾਂ ਸੇਵਾ ਕਰਨੀ ਆ, ਹਨਾ, ਜਿਹੜੀ ਗੱਲ ਆ। ਪਰ ਹੁਣ ਮੈਨੂੰ ਲੱਗਦਾ ਕਿ ਆਪਣੇ ਕੋਲ ਮੈਂ 5 ਮਿੰਟ ਨੇ, ਉਦੋਂ ਬਾਅਦ ਆਪਾਂ ਬ੍ਰੇਕ ਤੇ ਜਾਣਾ, ਤੇ ਮੈਂ ਤੁਹਾਨੂੰ ਅੱਜ ਪੂਰਾ ਟਾਈਮ ਦੇਣਾ ਆ ਕਿ ਕੋਈ ਗੱਲ ਰਹਿ ਨਾ ਜਾਵੇ, ਹਨਾ। 6-7 ਵਜੇ ਤੇ ਜੇ ਤੁਹਾਨੂੰ ਬਾਅਦ ਵਿੱਚ ਹੋਲਡ ਕਰਨਾ ਪਿਆ ਤੇ ਤੁਸੀਂ, ਮੈਂ ਬਾਅਦ ਵਿੱਚ ਵੀ ਫੋਨ ਕਰੂੰਗਾ। ਤੇ ਅੱਛਾ, ਹੁਣ ਮੈਨੂੰ ਇਹ ਮੇਰੀ ਬੇਨਤੀ ਪ੍ਰਵਾਨ ਕਰੋ ਕਿ ਤੁਸੀਂ ਜਿਹੜਾ ਮਹਾਰਾਜ ਦਾ ਹੁਣ ਇਨੀਸ਼ੀਏਟਿਵ ਟੇਕ ਕੀਤਾ ਜਗ੍ਹਾ ਵਾਸਤੇ, ਹਨਾ, ਉਹ ਤੁਸੀਂ ਕਿਹੜੇ ਇਲਾਕੇ 'ਚ ਸੋਚ ਰਹੇ ਆ, ਕੋਈ ਜਗ੍ਹਾ ਦੇਖੀ ਆ, ਤੇ ਉਹ ਥਾਂ ਕਿਉਂ ਚੂਜ਼ ਕੀਤੀ ਆ, ਇਹ ਸੰਗਤ ਨੂੰ ਦੱਸੋ ਥੋੜਾ ਜਿਹਾ। ਹਾਂਜੀ ਭਾਈ ਸਾਹਿਬ ਜੀ, ਮੈਂ ਨਾਲ ਐਡ ਕਰ ਦਵਾਂ ਭਾਈ ਗੁਰਪ੍ਰੀਤ ਸਿੰਘ ਜੀ ਕਿ ਆਪਣੀ ਜਿਹੜੀ ਇਹ ਸਤਿਕਾਰ ਕਮੇਟੀ ਯੂਕੇ ਆ, ਇੱਥੇ ਰਜਿਸਟਰਡ ਚੈਰਿਟੀ ਆ 2017 ਤੋਂ ਜੀ। ਤੇ ਕਿਉਂਕਿ ਉਦੋਂ ਇਹ ਜਿਹੜੀ ਸਾਹਮਣੇ ਚੀਜ਼ ਆਈ ਸੀ ਕਿ ਇੱਥੋਂ ਦੀ ਕੋਰਟਸ ਦੇ ਵਿੱਚ ਵੀ 26 ਸਤਿਗੁਰਾਂ ਦੇ ਸਰੂਪ, ਸੰਪੂਰਨ ਸਰੂਪ ਮਹਾਰਾਜ ਜੀ ਦੇ 26 ਸਰੂਪ 7 ਕੋਟਾਂ ਦੇ ਵਿੱਚੋਂ ਇੱਥੋਂ ਆਏ ਸੀਗੇ ਜੀ। ਸਹੁੰ ਖਾਣ ਵਾਸਤੇ ਗੁਰੂ ਸਾਹਿਬ ਜੀ ਸਿੱਖਾਂ ਨੇ ਵੇਚ ਦਿੱਤੇ ਗੋਰਿਆਂ ਨੂੰ,
ਕਿ ਆ ਲੈ ਲਓ ਕਰਕੇ ਅਸੀਂ ਆਪਣੇ ਗੁਰੂ ਦਾ ਮੁੱਲ ਰੱਖਿਆ ਆ। ਸੋ 26 ਸਰੂਪ ਆਏ, ਉਦੋਂ ਸਾਨੂੰ ਕਰਕੇ ਗੌਰਮੈਂਟ ਨਾਲ ਬੈਠਣਾ ਪੈਂਦਾ ਸੀ, ਮਿਨਿਸਟਰੀ ਆਫ ਜਸਟਿਸ ਦੇ ਨਾਲ, ਤੇ ਉਦੋਂ ਫਿਰ ਸਾਨੂੰ ਉਹਨਾਂ ਨੇ ਚੈਰਿਟੀ ਕਮਿਸ਼ਨ ਨੂੰ ਵੀ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਇਹ ਐਡਵਾਈਸ ਕੀਤੀ ਕਿ ਤੁਸੀਂ ਆਪਣਾ ਅਕਾਊਂਟ ਖਿਲਾਓ, ਨਾਲ ਫਿਰ ਤੁਸੀਂ ਆਪਣਾ ਅਪਲਾਈ ਕਰੋ, ਤੇ ਸਤਿਕਾਰ ਕਮੇਟੀ ਇੱਕ ਰਜਿਸਟਰਡ ਚੈਰਿਟੀ ਬਣੀ। ਹਾਂਜੀ, ਜਿਹੜੀ ਗੱਲ ਅਸਥਾਨ ਦੀ ਆ ਭਾਈ ਸਾਹਿਬ ਜੀ, ਇਹ 30 ਮਾਰਚ ਨੂੰ ਔਕਸ਼ਨ ਲੱਗੀ ਸੀ ਵੈਸਟ ਬ੍ਰੋਮਿਚ ਬਰਮਿੰਘਮ ਦੇ ਵਿੱਚ। ਇਹ ਇੱਕ ਪੁਰਾਣੀ ਚਰਚ ਨਹੀਂ ਪੁਰਾਣੀ, ਪਰ ਪਹਿਲਾਂ ਚਰਚ ਤੌਰ ਤੇ ਉਹ ਬਿਲਡਿੰਗ ਨੂੰ ਵਰਤਦੇ ਸੀ। ਨਵੀਂ 60 ਸਾਲ ਪੁਰਾਣੀ ਇਹ ਬਿਲਡਿੰਗ ਆ। ਇਹ ਔਕਸ਼ਨ ਤੇ ਜਾ ਕੇ ਆਪਾਂ ਇਹ ਪ੍ਰਾਪਰਟੀ ਲਈ ਆ, ਤੇ 10% ਇਹਦਾ ਆਲਰੇਡੀ ਪੇ ਕਰ ਦਿੱਤਾ ਸੀ ਉਦੋਂ ਹੀ, 70,000 ਪਾਉਂਡ ਤਕਰੀਬਨ ਲਾ ਪਾ ਕੇ। ਸੋ ਯੂ ਹੈਵ ਪੇਡ, ਠੀਕ ਹੈ। ਹਾਂਜੀ, ਇਹ ਥਾਂ ਲਿਆ 6,70,000 ਦਾ ਜੀ। ਇੱਥੇ ਤਕਰੀਬਨ ਗੁਰੂ ਸਾਹਿਬ ਜੀ ਦੀ 100 ਤੋਂ ਲੈ ਕੇ 150 ਬੈੱਡ ਮਹਾਰਾਜ ਜੀ ਦੀ ਲੱਗੂਗੀ, ਜਿੱਥੇ ਸਤਿਗੁਰਾਂ ਦੇ 1000 ਤੋਂ ਲੈ ਕੇ 1500 ਮਹਾਰਾਜ ਜੀ ਦੇ ਪਾਵਨ ਸਰੂਪ ਇੱਥੇ ਸੁਭਾਇਮਾਨ ਹੋ ਸਕਦੇ ਆ। ਨਾਲ ਭਾਈ ਸਾਹਿਬ ਜੀ ਮੈਂ ਦੱਸਾਂ ਕਿ ਜਿਹੜੇ ਗੁਰੂ ਸਾਹਿਬ ਜੀ ਇੱਥੇ ਆਉਂਦੇ ਆ, ਉਹ ਗੁਰੂ ਸਾਹਿਬ ਜੀ ਨੂੰ ਜਿਵੇਂ ਆਪ ਜੀ ਕੋਲ ਆਪਾਂ ਫੋਟੋਆਂ ਭੇਜਿਆ ਸੀ, ਇਹ ਸਤਿਗੁਰਾਂ ਨੂੰ ਮੁੜ ਕੇ ਉਹਨਾਂ ਸਰੂਪਾਂ ਨੂੰ ਹੀ ਤਿਆਰ ਕੀਤਾ ਜਾਂਦਾ, ਨਵੀਂ ਜਲਦਬੰਦੀ ਕੀਤੀ ਜਾਂਦੀ। ਜੇ ਗੁਰੂ ਸਾਹਿਬ ਜੀ ਦੇ ਪਾਵਨ ਅੰਗ ਜ਼ਖਮੀ ਹੋਏ ਆ, ਉਹਨਾਂ ਨੂੰ ਸੇਵਾ ਕੀਤੀ ਜਾਂਦੀ, ਜੇ ਨਹੀਂ ਸੇਵਾ ਤੋਂ ਬਾਹਰ ਆ ਤੇ ਅੰਗ ਰਿਪਲੇਸ ਕਰ ਦਿੱਤੇ ਜਾਂਦੇ ਆ। ਜਿੰਨੇ ਮਰਜ਼ੀ ਹੋਵੇ, ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਵੱਡੀਆਂ ਸੰਸਥਾਵਾਂ ਵਿੱਚ ਇਹ ਰੱਖਿਆ ਗਿਆ ਕਿ ਜੇ 10 ਅੰਗ ਮਹਾਰਾਜ ਜੀ ਦੇ ਉਹਨਾਂ ਤੋਂ ਜ਼ਿਆਦਾ ਅੰਗ ਰਿਪਲੇਸ ਕਰਨੇ ਪੈਂਦੇ ਤਾਂ ਸਰੂਪ ਨੂੰ ਅਗਨ ਭੇਟ ਕਰ ਦਿਓ। ਤੇ ਗੁਰੂ ਸਾਹਿਬ ਜੀ ਨੇ ਇਹ ਵੀ ਵਡਿਆਈ ਬਖਸ਼ੀ ਹੈ ਸਤਿਕਾਰ ਕਮੇਟੀ ਯੂਕੇ ਨੂੰ ਕਿ ਅੱਜ ਇੰਡੀਆ ਦੇ ਵਿੱਚ ਕਿਤੇ ਵੀ ਗੁਰੂ ਸਾਹਿਬ ਜੀ ਦੇ ਸਰੂਪ ਅਗਨ ਭੇਟ ਨਹੀਂ ਹੋ ਰਿਹਾ। ਹਾਂ, ਜੇ ਕੋਈ ਚੋਰੀ ਕਰ ਰਿਹਾ ਹੋਵੇ ਉਹਦਾ ਦੇਣਦਾਰ ਉਹ ਹੋਊਗਾ, ਪਰ ਜਿਵੇਂ ਅੱਗੇ 37 ਥਾਵਾਂ ਤੇ ਇੰਡੀਆ ਦੇ ਵਿੱਚ 37 ਥਾਵਾਂ ਤੇ ਗੁਰੂ ਸਾਹਿਬ ਜੀ ਨੂੰ ਹਰੇਕ 2 ਵੀਕਾਂ ਬਾਅਦ 4 ਵੀਕਾਂ ਬਾਅਦ ਇਹਨੂੰ ਅਗਨ ਭੇਟ ਸੇਵਾ ਨਹੀਂ ਕਹਿ ਸਕਦੇ, ਅਸੀਂ ਕਹਿੰਦੇ ਹਾਂ ਕਿ ਉਹਨੂੰ ਮਹਾਰਾਜ ਜੀ ਦੇ ਸਰੂਪਾਂ ਨੂੰ ਘਿਓ ਲਾ ਕੇ ਸਾੜਿਆ ਜਾਂਦਾ ਰਿਹਾ, ਤੇ ਲੱਖਾਂ ਹੀ ਸਰੂਪ ਸਾੜ ਦਿੱਤੇ ਗਏ, ਲੱਖਾਂ ਹੀ ਸਰੂਪ ਛਪ ਰਹੇ ਆ। ਸੋ ਇਹ ਜਿਹੜਾ ਸਰਕਿਟ ਸੀ, ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸਤਿਕਾਰ। ਮੈਂ ਤੁਹਾਨੂੰ ਹੁਣ ਹਾਂਜੀ, ਆਪਣੀ ਬ੍ਰੇਕ ਦਾ ਟਾਈਮ ਹੋ ਗਿਆ, ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦੇਵਾਂ ਕਿ ਤੁਸੀਂ ਇਹ ਕਹਿ ਰਹੇ ਆ ਕਿ ਪਹਿਲੋਂ ਅਸੀਂ ਮਹਾਰਾਜ ਦੇ ਸਰੂਪ ਮੁੱਲ ਖਰੀਦਦੇ ਆ, ਇਹ ਇੱਕ ਵੱਖਰਾ ਬਿਜ਼ਨਸ ਹੋ ਗਿਆ, ਜਿਹੜੇ ਛਾਪਦੇ ਆ ਤੇ ਜਿਹਨੂੰ ਮਰਜ਼ੀ ਦੇਈ ਜਾਂਦੇ ਆ। ਦੂਜੀ ਗੱਲ ਇਹ ਆ ਕਿ ਜਦੋਂ ਮਹਾਰਾਜ ਦੇ ਸਰੂਪ ਦੀ ਹੁਣ ਸਾਨੂੰ ਲੋੜ ਨਹੀਂ, ਤੇ ਇੱਕ ਹੋਰ ਕਾਰੋਬਾਰ ਵੀ ਖੁੱਲਾ ਆ ਕਿ ਜਿਹੜਾ ਸਰੂਪ ਵੀ ਲੈਂਦਾ ਤੇ ਨਾਲ ਮਾਇਆ ਵੀ ਲੈਂਦਾ ਤੇ ਨਾਲ ਅਗਨ ਭੇਟ ਕਰੀ ਜਾਂਦਾ। ਭਾਜੀ 51,000 ਰੁਪਏ ਨੂੰ ਮਹਾਰਾਜ ਜੀ ਦਾ ਸਰੂਪ ਸਾੜਦੇ ਆ, ਅਗਨ ਭੇਟ ਸੇਵਾ ਆਪਾਂ ਕਹਿੰਦੇ ਨਹੀਂ, ਤੇ 1600 ਰੁਪਏ ਦੇ ਨਵੇਂ ਸਰੂਪ ਆਉਂਦੇ ਆ, 51,000 ਦੇ ਸਾੜ ਦਿੰਦੇ ਆ ਜੀ ਸਰੂਪ। ਤੇ ਉਹਨਾਂ ਤੋਂ ਬਹੁਤ ਵੱਡਾ ਬਿਜ਼ਨਸ ਆ ਚੱਲ ਰਿਹਾ, ਜਿਹਦਾ ਇਸ ਸਾਈਕਲ ਨੂੰ ਤੋੜਿਆ ਆ ਗੁਰੂ ਕੇ ਸਿੱਖਾਂ ਨੇ। ਤੇ ਤੁਹਾਡਾ ਸਤਿਕਾਰ ਕਮੇਟੀ ਜਿਹੜੀ ਇੰਡੀਆ ਦੇ ਵਿੱਚ ਆ, ਉਹਨਾਂ ਦੇ ਨਾਲ ਵੀ ਰਾਬਤਾ ਹੈ ਜੀ? ਨਹੀਂ, ਸੇਵਾਦਾਰਾਂ ਨਾਲ ਪਰਸਨਲੀ ਹੋਊਗਾ, ਪਰ ਸਾਡਾ ਵਿਜ਼ਨ ਹੋ ਰਿਹਾ, ਤੁਹਾਡਾ ਵਿਜ਼ਨ ਉਹਨਾਂ ਦਾ ਹੋ ਰਿਹਾ। ਤੇ ਆਪਣਾ ਜੀ 1 ਮਿੰਟ ਰਹਿ ਗਿਆ ਬ੍ਰੇਕ ਦੇ ਵਿੱਚ, ਤੇ ਤੁਹਾਨੂੰ ਮੈਂ ਬਾਅਦ ਵਿੱਚ ਲਊਂਗਾ, ਮੈਂ ਥੋੜੀ ਜਿਹੀ ਬਰੀਫਿੰਗ ਦੇ ਦੇਵਾਂ। ਸਾਧ ਸੰਗਤ ਜੀ, ਆਪਾਂ ਹਜੇ ਭਾਈ ਸਾਹਿਬ ਨੂੰ ਹੋਰ ਗੱਲਾਂ ਕਰਨੀਆਂ ਬ੍ਰੇਕ ਤੋਂ ਬਾਅਦ, ਤੇ ਤੁਸੀਂ ਏਦਾਂ ਹੀ ਜੁੜੇ ਰਹੋ। ਤੇ ਤੁਹਾਡੇ ਕੋਲ ਜੇ ਕੋਈ ਹੋਵੇ, ਤੁਸੀਂ ਕੋਈ ਆਨਸਰ ਆਪਾਂ ਕੁਐਸਚਨ ਆਨਸਰ ਵੀ ਕਰਾਂਗੇ, ਤੇ ਭਾਈ ਸਾਹਿਬ ਨੂੰ ਮੈਂ ਬ੍ਰੇਕ ਤੋਂ ਬਾਅਦ ਲਊਂਗਾ। ਹਜੇ ਬਹੁਤ ਗੱਲਾਂ ਕਰਨ ਵਾਲੀਆਂ, ਕਿੱਥੇ ਥਾਂ ਆ, ਕਿੱਦਾਂ ਲੈਣੀ ਆ, ਤੁਹਾਡਾ ਸਹਿਯੋਗ ਚਾਹੀਦਾ, ਇਹ ਸਾਰੀ ਗੱਲਬਾਤ ਆਪਾਂ ਬ੍ਰੇਕ ਤੋਂ ਬਾਅਦ ਕਰਾਂਗੇ। ਸੋ ਉਨੀ ਦੇਰ ਲਈ ਤੁਸੀਂ ਚਾਹ ਦਾ ਕੱਪ ਪੀ ਲਓ ਤੇ ਮੈਂ ਵੀ ਪੀ ਲੈਣਾ, ਤੇ ਆਪਾਂ ਫਿਰ ਬਾਅਦ ਵਿੱਚ ਜੁੜਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ। ਤੇ ਮੈਨੂੰ ਤਾਂ ਚਾਹ ਮਿਲੀ ਨਹੀਂ, ਤੁਸੀਂ ਤਾਂ ਪੀ ਲਈ ਹੋਣੀ ਆ, ਚਲੋ ਕੋਈ ਨਹੀਂ। ਤੇ ਅੱਜ ਮੈਂ ਥੋੜਾ ਪਹਿਲਾ ਸ਼ੋਅ ਆ ਜੀ ਮੇਰਾ, ਤੇ ਮੈਂ ਥੋੜਾ ਫਾਰਮੈਟ ਦੇ ਨਾਲ ਵੀ ਸੈਟਅਪ ਹੋ ਰਿਹਾ, ਤੇ ਇੱਥੇ ਦਾ ਜਿਹੜਾ ਇਕੁਇਪਮੈਂਟ ਆ ਉਹ ਵੀ ਯੂਜ਼ ਕਰਨਾ ਸਿੱਖ ਰਿਹਾ ਹੌਲੀ ਹੌਲੀ। ਸੋ ਕਈ ਸ਼ੋਅ ਕਰਦੇ ਹੋਏ ਥੋੜੀ ਲੈਕਿੰਗ ਹੋਏਗੀ, ਤੇ ਥੋੜਾ ਜਿਹਾ ਬਰਦਾਸ਼ਤ ਕਰ ਲਿਓ, ਤੇ ਥੋੜਾ ਜਿਹਾ ਖੁੱਲਾ ਜੇਰਾ ਰੱਖਿਓ। ਤੇ ਆਪਣੇ ਮਨਵੀਰ ਸਿੰਘ ਉਹਨਾਂ ਦੀ ਕੋਲ ਤੋਂ ਬਾਅਦ, ਤੇ ਜਿਹੜਾ ਸਪੋਰਟਸ ਨੂੰ ਰਿਲੇਟਡ ਆਪਣਾ ਮੁੰਡੇ ਨੇ ਜਿਹੜਾ ਬਾਕਸਿੰਗ ਦੇ ਵਿੱਚ ਮੁਕਾਮ ਹਾਸਲ ਕੀਤਾ ਆ, ਉਹਦੇ ਬਾਰੇ ਵੀ ਮੈਂ ਚਾਹੂੰਗਾ ਕਿ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦਾ ਕੋਈ ਯਾਰ ਦੋਸਤ ਜਾਂ ਕੋਈ ਵੀ ਉਹਨਾਂ ਦਾ ਟ੍ਰੇਨਰ ਜਾਂ ਉਹਨਾਂ ਦੇ ਕਲੱਬ ਦੇ ਵਿੱਚੋਂ ਕੋਈ ਫੋਨ ਕਰਨਾ ਚਾਹਵੇ, ਮੋਰ ਦੈਨ ਵੈਲਕਮ। ਤੇ ਇੱਕ ਕੋਲ ਆਪਣੇ ਜੋਹਲ ਸਾਹਿਬ ਦੀ ਆਈ ਸੀਗੀ, ਉਹ ਇਹਦੇ ਉੱਤੇ ਗੱਲ ਕਰਨਗੇ ਆਪਣੇ ਮਨਵੀਰ ਸਿੰਘ ਹੁਣਾਂ ਤੋਂ ਬਾਅਦ ਵਿੱਚ। ਤੇ ਮੈਂ ਹੁਣ ਭਾਈ ਸਾਹਿਬ ਭਾਈ ਮਨਵੀਰ ਸਿੰਘ ਹੁਣਾਂ ਦੇ ਨਾਲ ਜਿਹੜੀ ਆਪਣੀ ਕਾਲ ਆ
ਉਹਦੇ ਉੱਤੇ ਗੱਲ ਕਰਾਂਗੇ। ਤੇ ਵਾਹਿਗੁਰੂ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਮੁੜ ਕੇ ਜੀ। ਹਾਂਜੀ, ਤੁਸੀਂ ਜਿੱਥੇ ਆਪਾਂ ਗੱਲ ਛੱਡੀ ਸੀ, ਤੁਸੀਂ ਪਹਿਲੋਂ ਗੱਲ ਕੰਪਲੀਟ ਕਰੋ ਤੇ ਫਿਰ ਆਪਾਂ ਅਗਲੀ ਗੱਲ ਵੱਲ ਨੂੰ ਚੱਲਦੇ ਹਾਂ। ਹਾਂਜੀ, ਮੇਰਾ ਖਿਆਲ ਆਪਾਂ ਇਹੀ ਕਰਦੇ ਸੀ ਕਿ ਜਿਹੜੇ ਨਾ ਜੀ ਸਥਾਨ ਆ ਇਹ ਵੈਸਟ ਬ੍ਰਹਮਿਸ਼ ਦੇ ਵਿੱਚ ਲਿਆ ਗਿਆ ਹੈ ਜੀ 6,70,000 ਪਾਉਂਡ ਦਾ ਜੀ। ਜੀ। ਤੇ ਸਾਡੇ ਕੋਲ ਸਤਿਕਾਰ ਕਮੇਟੀ ਦੇ ਅਕਾਊਂਟ ਵਿੱਚ ਤਕਰੀਬਨ ਪਿਛਲੇ 8 ਸਾਲਾਂ ਤੋਂ ਜਿੰਨੀ ਸੇਵਾਵਾਂ ਸੰਗਤਾਂ ਵੱਲੋਂ ਆਈਆਂ ਸੀ, ਉਹ ਜਿੰਨੀ ਜਮ੍ਹਾਂ ਸੀਗੀ ਉਹ ਤਕਰੀਬਨ 48,000 ਪਾਉਂਡ ਸੀ। ਉਹ ਵੀ ਵਿੱਚ ਪਾ ਕੇ ਜਿਹੜੇ ਅਸੀਂ ਟਰਸਟੀ ਸੀ ਆਪਣੇ ਕੋਲੋਂ ਪਾ ਕੇ 70,000 ਪਾਉਂਡ ਉਹ ਪੂਰਾ ਕਰ ਦਿੱਤਾ। ਜਿਹੜੀ ਉਹਨਾਂ ਦੀ ਡਿਪੋਜ਼ਿਟ ਦੇਣੀ ਪੈਣੀ ਸੀ, ਇਨਕਲੂਡ ਉਹਨਾਂ ਦੀ ਫੀਸ ਜੀ। ਸੋ ਹੁਣ ਆਪਾਂ ਨੂੰ ਤਕਰੀਬਨ ਜਿਹੜੇ 6 ਲੱਖ ਪਾਉਂਡ ਪਲੱਸ ਜਿਹੜੀ ਉੱਪਰ ਅੰਦਰੋਂ ਰੈਨੋਵੇਟ ਹੋਣਾ ਤਕਰੀਬਨ 7 ਲੱਖ ਪਾਉਂਡ ਦੀ ਆਪਾਂ ਅਪੀਲ ਕੀਤੀ ਹੈ ਜੀ ਸ਼ੁਰੂ। ਇਹ ਵੀ ਨੌਜਵਾਨ ਸਿੰਘਾਂ ਨੇ ਪੇਜ ਸੈੱਟ ਕੀਤਾ ਸੀ, ਆਪਾਂ ਨੇ ਇਧਰਲੇ ਪਾਸੇ ਧਿਆਨ ਨਹੀਂ ਸੀ। ਭਾਈ ਗੁਰਪ੍ਰੀਤ ਸਿੰਘ ਜੀ ਅੱਜ ਤੱਕ ਸਤਿਗੁਰ ਸਾਹਿਬ ਜੀ ਤੇ ਗੁਰੂ ਕੀ ਸੰਗਤ ਜਾਣਦੀ ਹੈ ਕਿ ਸਤਿਕਾਰ ਕਮੇਟੀ ਵੱਲੋਂ 6 ਅਪ੍ਰੈਲ ਤੋਂ ਪਹਿਲਾਂ ਕਦੇ ਵੀ ਕੋਈ ਗੁਰੂ ਘਰ ਦੀ ਸਟੇਜ ਤੋਂ ਕਦੇ ਕੋਈ ਅਪੀਲ ਨਹੀਂ ਗੁਰੂ ਸਾਹਿਬ ਜੀ ਦੀਆਂ ਸੇਵਾਵਾਂ ਵਾਸਤੇ ਕਿਸੇ ਕੋਲੋਂ ਇੱਕ ਵੀ ਨਿੱਕਾ ਪੈਸਾ ਵੀ ਮੰਗਿਆ ਨਹੀਂ ਗਿਆ। ਉਹਨਾਂ ਨੇ ਕਰਨ ਵੀ ਨਹੀਂ ਦੇਣੀ ਭਾਈ ਸਾਹਿਬ। ਸੋ ਵਾਹਿਗੁਰੂ ਬੇਨਤੀ ਸੀ ਕਿ ਆਪਣੇ ਜਿਹੜੇ ਨਾਲ ਦੇ ਸਿੰਘ ਜਿਹੜੇ ਜਾਣਦੇ ਸੀ ਉਹਨਾਂ ਦੇ ਪਰਿਵਾਰਾਂ ਤੱਕ ਜ਼ਰੂਰ ਪਹੁੰਚ ਕੀਤੀ ਸੀ ਕਿ ਵੱਖਰਾ ਸਮਾਂ ਜਿੱਦਾਂ ਬਦਲੀ ਗਿਆ ਜੀ। ਕਦੇ ਸਾਨੂੰ ਸੀਗਾ ਕਿ ਪਾਲਕੀ ਸਾਹਿਬ ਲੈਣੀ ਆ, ਉਸ ਵਾਸਤੇ ਵੀ ਸਿੰਘਾਂ ਨੂੰ ਅਪੀਲ ਕੀਤੀ, ਆਪਣੇ ਸਿੰਘਾਂ ਨੂੰ, ਕਦੇ ਗੁਰੂ ਘਰ ਨਹੀਂ ਜੀ। ਉਹ ਪਾਲਕੀ ਸਾਹਿਬ ਇੱਕੋ ਹੀ ਪਰਿਵਾਰ ਨੇ 40,000 ਪਾਉਂਡ ਦੀ ਲੈ ਕੇ ਦਿੱਤੀ ਜੀ। ਵੱਡੀ ਉਹ ਪਾਲਕੀ ਸਾਹਿਬ ਆ, ਉਹਦੇ ਵਿੱਚ ਸਤਿਗੁਰਾਂ ਦੇ 20 ਸਰੂਪ ਇੱਕੋ ਹੀ ਟਾਈਮ ਤੇ ਮਹਾਰਾਜ ਜੀ ਦੇ ਸੁਹਾਇਮਾਨ ਹੋ ਜਾਂਦੇ, ਕਮਰ ਕੱਸੇ ਲੱਗ ਕੇ, ਤੇ 9 ਸੇਵਾਦਾਰ ਵਿੱਚ ਬੈਠ ਸਕਦੇ ਆ। ਮਿੰਨੀ ਬੱਸ ਆ ਲਾ ਲਓ। ਤੇ ਏਦਾਂ ਹੀ ਪਹਿਲਾਂ ਅਸੀਂ ਵੀ ਸੋਚਦੇ ਸੀ ਕਿ ਅੰਗੀਠਾ ਸਾਹਿਬ ਲਾ ਲਿਆ ਜਾਵੇ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਆਪਣੇ ਬੱਚਿਆਂ ਤੇ। ਉਹਨਾਂ ਨੇ ਸਾਡੇ ਤੋਂ ਇਹ ਪਾਪ ਕਰਾਉਣਾ ਨਹੀਂ ਸੀ, ਮਹਾਰਾਜ ਜੀ ਨੇ ਬਚਾ ਲਿਆ ਜੀ। ਏਦਾਂ ਹੀ ਭਾਈ ਸਾਹਿਬ ਚੱਲੀ ਗਿਆ। ਤੇ ਹੁਣ ਸਾਨੂੰ ਮਹਾਰਾਜ ਜੀ ਨੇ ਜਿੰਨੀ ਕਿ ਆਪਾਂ ਨੂੰ ਸਾਰਿਆਂ ਨੂੰ ਸੋਝੀ ਬਖਸ਼ੀ ਆ ਕਿ ਹੁਣ ਇੱਡੀ ਟੈਕਨੋਲੋਜੀ ਆ ਭਾਈ ਸਾਹਿਬ ਜੀ, ਜਿਹੜਾ ਆਪਾਂ ਪੇਪਰ ਵਰਤਦੇ ਆ ਉਹ ਅਗਲੇ 300 ਸਾਲ ਤੱਕ ਉਹਦੀ ਉਮਰ ਆ। ਉਹ ਨਾ ਤਾਂ ਗਿੱਲਾ ਹੁੰਦਾ ਆ ਜੀ, ਵਾਟਰ ਪ੍ਰੂਫ ਆ, ਟੇਅਰ ਪ੍ਰੂਫ ਪਾਟਦੇ ਨਹੀਂ ਜੀ, ਫਿਰ ਜੇ ਫਾਇਰ ਪ੍ਰੂਫ ਆ ਜੀ। ਏਦਾਂ ਦੇ ਆਪਾਂ ਜਿੰਨਾ ਵੀ ਗੁਰੂ ਸਾਹਿਬ ਜੀ ਲਈ ਸਮੱਗਰੀ ਵਰਤਦੇ ਆ ਜੀ ਮਹਾਰਾਜ ਜੀ ਨੂੰ ਤਿਆਰ ਕਰਨ ਵਾਸਤੇ, ਉਹ ਸਾਰੀ ਨੈਚੁਰਲ ਵਰਤਦੇ ਆ। ਕੋਈ ਵੀ ਕੈਮੀਕਲ ਐਸਿਡ ਵਾਲੀ ਕੋਈ ਵੀ ਉਹਦੇ ਵਿੱਚ ਸਮੱਗਰੀ ਹੈ, ਕਿਉਂਕਿ ਗੁਰੂ ਸਾਹਿਬ ਜੀ ਨੂੰ ਆਪਾਂ ਸਿੱਖਾਂ ਨੂੰ ਹੁਕਮ ਵੀ ਗੁਰੂ ਸਾਹਿਬ ਜੀ ਨੇ ਕਿ ਇਹਨਾਂ ਨੂੰ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨਣਾ, ਤੇ ਆਪਾਂ ਯਤਨ ਕਰਦੇ ਆ ਉਧਰ ਨੂੰ ਤੁਰਨ ਦਾ ਯਤਨ ਕਰਦੇ ਆ। ਅੱਛਾ, ਮੇਰਾ ਇੱਕ ਕੁਐਸਚਨ ਆ ਗਿਆ ਥੋੜਾ ਜਿਹਾ ਹੁਣ ਰਿਲੇਟਡ ਥੋੜਾ ਜਿਹਾ ਗੁਰੂ ਘਰਾਂ ਨੂੰ। ਜਿਸ ਤਰ੍ਹਾਂ ਤੁਸੀਂ ਸੇਵਾ ਕਰ ਰਹੇ ਨੇ, ਜੇ ਮੰਨੋ ਕਿ ਮੈਂ ਬਹੁਤ ਵਾਰੀ ਦੇਖਿਆ ਕਿ ਨਿਊਜ਼ਾਂ ਦੇ ਵਿੱਚ ਆਉਂਦਾ ਜੀ ਕਿ ਮਹਾਰਾਜ ਦੇ ਇੰਨੇ ਸਰੂਪ ਜਹਾਜ਼ ਦੇ ਵਿੱਚ ਇੱਧਰ ਲੈ ਆਂਦੇ ਜਾਂ ਉੱਧਰ ਚਲੇ ਗਏ, ਉਹ ਵੀ ਸਿੱਖਾਂ ਦਾ ਪੈਸਾ ਜਿਹੜਾ ਕਿ ਸਾਨੂੰ ਕੌਮੀ ਪੈਸਾ। ਜਿੱਦਾਂ ਹੁਣ ਤੁਸੀਂ ਇੱਥੇ ਯੂਕੇ ਦੇ ਵਿੱਚ ਆਪਣੇ ਕੋਲ ਇਹ ਹੁਣ ਫੈਸਿਲਿਟੀ ਹੈਗੀ ਮਹਾਰਾਜ ਦੇ ਸਰੂਪਾਂ ਦੀ, ਜੇ ਮੰਨੋ ਕੱਲ ਨੂੰ ਕੋਈ ਗੁਰੂ ਘਰ ਜਾਂ ਕੋਈ ਇੰਡੀਵਿਜੂਅਲ ਬੰਦਾ ਮਹਾਰਾਜ ਦੇ ਸਰੂਪ ਤੁਹਾਡੇ ਤੋਂ ਲੈਣਾ ਚਾਹੁੰਦਾ ਆ ਕਿ ਮੈਨੂੰ ਮਹਾਰਾਜ ਦੇ ਸਰੂਪਾਂ ਦੀ ਲੋੜ ਆ, ਤੇ ਅੱਬਲ ਤਾਂ ਮੈਂ ਤਾਂ ਇਹ ਗੱਲ ਕਲੀਅਰ ਕਹਿ ਦਿੰਦਾ ਕਿ ਕੋਈ ਵੀ ਜਿਹੜੇ ਬੰਦੇ ਹੁਣ ਸੁਣ ਰਹੇ ਨੇ ਯੂਰਪ ਦੇ ਵਿੱਚ, ਯੂਕੇ ਦੇ ਵਿੱਚ, ਤੁਹਾਨੂੰ ਮਹਾਰਾਜ ਦੇ ਸਰੂਪ ਪੰਜਾਬ ਤੋਂ ਲਿਆਉਣ ਦੀ ਕੋਈ ਲੋੜ ਨਹੀਂ। ਤੁਸੀਂ ਜੇ ਸਰੂਪ ਤੁਹਾਨੂੰ ਚਾਹੀਦੇ ਨੇ ਤੇ ਭਾਈ ਸਾਹਿਬ ਹੁਣ ਸਤਿਕਾਰ ਕਮੇਟੀ ਤੁਹਾਨੂੰ ਮਹਾਰਾਜ ਦੇ ਸਰੂਪ ਇੱਥੇ ਪ੍ਰੋਵਾਈਡ ਕਰੇਗੀ। ਤੇ ਜੇ ਮੈਂ ਗਲਤ ਨਹੀਂ ਭਾਈ ਸਾਹਿਬ, ਜੇ ਕੱਲ ਨੂੰ ਕੋਈ ਗੁਰਦੁਆਰਾ ਜਾਂ ਇੰਡੀਵਿਜੂਅਲ ਤੁਹਾਨੂੰ ਕਹਿੰਦਾ ਕਿ ਸਾਨੂੰ ਮਹਾਰਾਜ ਦੇ ਸਰੂਪ ਚਾਹੀਦੇ ਆ, ਕੀ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰੋਗੇ? ਬਿਲਕੁਲ ਭਾਈ ਸਾਹਿਬ ਜੀ, ਇਹਦਾ ਇੱਕ ਪ੍ਰੋਸੀਜਰ ਆ। ਪਹਿਲਾਂ ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਆਪਾਂ 3 ਸਾਲ ਹੋ ਗਏ ਲਗਾਤਾਰ ਇਹ ਚਿੱਠੀਆਂ ਲਿਖਦਿਆਂ ਨੂੰ ਕਿ ਯੂਕੇ ਤੇ ਯੂਰਪ ਦੀਆਂ ਜਿੰਨੀਆਂ 26-27 ਕੰਟਰੀਆਂ ਅਗਲੇ 100 ਸਾਲ ਤੱਕ ਸਾਨੂੰ ਇੱਕ ਵੀ ਸਰੂਪ ਨਹੀਂ ਚਾਹੀਦਾ। ਅਸੀਂ ਲਿਖਤੀ ਤੌਰ ਤੇ ਇਸ ਚੀਜ਼ ਦੀ ਜ਼ਿੰਮੇਵਾਰੀ ਲੈਂਦੇ ਆ ਕਿ ਇੱਕ ਵੀ ਮਹਾਰਾਜ ਜੀ ਦੇ ਸਰੂਪ ਤੁਸੀਂ ਨਾ ਭੇਜਿਓ, ਨਾ ਇੰਡੀਆ ਨੂੰ ਲਿਜਾਣ ਵਾਸਤੇ ਕੋਈ ਯਤਨ ਕਰਿਓ। ਜਿਵੇਂ ਆਪ ਜੀ ਨੇ ਕਿਹਾ ਕਿ ਕੌਮ ਦਾ ਸਰਮਾਇਆ ਬਿਨਾਂ ਕਿਸੇ ਗੱਲ ਤੇ ਲਾਇਆ ਨਾ ਜਾਵੇ। ਹਾਂ, ਗੁਰੂ ਸਾਹਿਬ ਦੁਨੀਆ ਦੇ ਵਿੱਚ ਇਸ ਗੱਲ ਦਾ ਵੀ ਦਾਅਵਾ ਕਰਦੇ ਆ ਭਾਈ ਸਾਹਿਬ ਜੀ ਕਿ ਕੋਈ ਏਦਾਂ ਦੇ ਪਾਵਨ ਸਰੂਪ ਨਹੀਂ ਹਨ ਜਿਨ੍ਹਾਂ ਦੀ ਸੇਵਾ ਨਹੀਂ ਹੋ ਸਕਦੀ। ਹਰ ਇੱਕ ਪਾਵਨ ਸਰੂਪ ਦੀ ਸੇਵਾ ਹੋ ਸਕਦੀ ਆ, ਬਸ਼ਰਤੇ ਕਿ ਉਹ ਜਿਵੇਂ
ਇਹ ਇੰਡੀਆ ਦੇ ਵਿੱਚ ਉਹ ਸਰਕਿਟਸ ਦੇ ਨਾਲ ਕੋਈ ਸਰੂਪ ਜਿੱਦਾਂ ਲਾ ਲਓ ਕਿ ਅੱਗ ਲੱਗ ਜਾਂਦੀ ਆ, ਉਹ ਉਹਨਾਂ ਨੂੰ ਨਹੀਂ ਰਿਵਾਈਵ ਹੋ ਸਕਦੇ। ਬਾਕੀ ਸਤਿਗੁਰਾਂ ਦੇ ਸਰੂਪਾਂ ਦੇ ਅੰਗ ਜ਼ਖਮੀ ਹੋਣ, ਮਹਾਰਾਜ ਜੀ ਦੀ ਜਲਦ ਬਣਨ ਵਾਲੀ ਹੋਵੇ, ਹੋਰ ਕੁਛ ਵੀ ਹੋਵੇ, ਉਹ ਮਹਾਰਾਜ ਸਾਹਿਬ ਜੀ ਦੇ ਸੇਵਾਵਾਂ ਬਿਲਕੁਲ ਹਰ ਇੱਕ ਗੁਰਸਿੱਖ ਕਰ ਸਕਦਾ। ਤੇ ਭਾਈ ਸਾਹਿਬ ਨਾਲੇ ਇਹ ਜਿਹੜਾ ਸਥਾਨ ਹੈ ਜੀ, ਇਹ ਬਣਨਾ ਹੀ ਟ੍ਰੇਨਿੰਗ ਸੈਂਟਰ ਹੈ, ਕੋਈ ਗੁਰਦੁਆਰਾ ਨਹੀਂ ਬਣਨ ਲੱਗਾ ਜੀ। ਇਹ ਬਣਨਾ ਵੀ ਬੱਚਿਆਂ ਵਾਸਤੇ ਹੈ ਕਿ ਉਹ ਆ ਕੇ ਸਿੱਖਣ ਕਿ ਆਪਣੇ ਪਿਤਾ ਸਤਿਗੁਰ ਸਾਹਿਬ ਦੀ ਸੇਵਾ ਕਿੱਦਾਂ ਕਰੀ। ਤੁਸੀਂ ਇਹ ਪੀੜੀ ਦਰ ਪੀੜੀ ਟ੍ਰੇਨਿੰਗ ਦਊਂਗੇ ਕਿ ਮਹਾਰਾਜ ਦੇ ਸਰੂਪਾਂ ਦੀ ਸੰਭਾਲ ਕਿੱਦਾਂ ਕਰਨੀ ਹੈ। ਤੇ ਦੂਜੀ ਗੱਲ, ਜੇ ਕੋਈ ਵਿੱਚ ਰਹਿ ਗਈ ਤੁਹਾਡੀ ਜਿਹੜੀ ਵਿੱਚ ਰਹਿ ਗਈ ਗੱਲ ਕਿ UK ਯੂਰਪ ਵਿੱਚ ਜਿੱਥੇ ਕਿਤੇ ਵੀ ਗੁਰੂ ਸਾਹਿਬ ਜੀ ਦੇ ਸਰੂਪ ਚਾਹੀਦੇ ਹੋਣ, ਉਹ ਜਦੋਂ ਮਰਜੀ 24 ਘੰਟੇ ਆ ਫੋਨ ਨੰਬਰ ਚੱਲਦਾ ਹੁੰਦਾ, ਜਦੋਂ ਮਰਜੀ ਕਹਿਣ। ਤੇ ਉਹਦਾ ਪ੍ਰੋਸੀਜਰ ਇਹ ਹੈ ਕਿ ਆਪਾਂ ਫੋਨ ਤੇ ਕਦੇ ਵੀ ਨਾ ਕਿਸੇ ਦੇ ਘਰੋਂ ਸਰੂਪ ਲੈਣ ਜਾਂਦੇ ਆ, ਨਾ ਗੁਰੂ ਸਾਹਿਬ ਜੀ ਦੇ ਸਰੂਪ ਕਿਤੇ ਜਾਂਦੇ ਆ। ਉਹਦੇ ਲਈ ਪ੍ਰੋਸੀਜਰ ਇਹ ਹੈ ਕਿ ਉਹ ਈਮੇਲ ਕਰਦੇ ਆ ਰਿਫਰੈਂਸ, ਫਿਰ ਆਪਾਂ ਉਹਨਾਂ ਨੂੰ ਈਮੇਲ ਕਰਕੇ ਉਹ ਲਿਖਤੀ ਤੌਰ ਤੇ ਤੁਹਾਡੇ ਕੋਲ ਹੋ ਜਾਂਦਾ। ਜਦੋਂ ਆਪਾਂ ਭਾਜੀ ਹੋਰ 5-5, 10-10 ਪਾਉਂਡ ਦੀ ਲਿਖਤੀ ਕਰਦੇ ਆ, ਗੁਰੂ ਸਾਹਿਬ ਜੀ ਨੂੰ ਏਦਾਂ ਹੀ ਛੱਡ ਦਿੱਤਾ ਜਾਂਦਾ। ਹਰੇਕ ਗੁਰੂ ਘਰ ਦੀ ਇਹ ਗੱਲ ਹੁੰਦੀ ਹੈ ਕਿ ਇੱਥੋਂ ਲੋਕਲ ਸੰਗਤ ਦੇਗੀ, ਉਹਨਾਂ ਨੂੰ ਪੁੱਛੀਦਾ ਕਿ ਉਹਨਾਂ ਦਾ ਕੋਈ ਐਡਰੈਸ ਹੈਗਾ ਨਹੀਂ। ਏਦਾਂ ਦੇਖ ਲਓ ਕਿ 15 ਪਾਉਂਡ ਦੀ ਤਾਂ ਤੁਸੀਂ ਪਰਚੀ ਵੀ ਕੱਟ ਦਿੰਦੇ ਆ ਜੇ ਕਿਸੇ ਨੇ 20 ਪਾਉਂਡ ਦਿੱਤੇ ਹੋਣ ਨਾ ਜੀ। ਪਰ ਸਤਿਗੁਰ ਸਾਹਿਬ ਕਰਕੇ ਗਿਫਟੇਡ ਲੈਣਾ ਹੁੰਦਾ, ਅਗਲੇ ਦਾ ਐਡਰੈਸ ਵੀ ਲੈ ਲੈਂਦੇ ਆ। ਪਰ ਸਤਿਗੁਰ ਸਾਹਿਬ ਜੀ ਕੌਣ ਛੱਡ ਗਿਆ, ਉਹਦੀ ਕਦੇ ਵੀ ਕੋਈ ਕਰਕੇ ਸਾਡੀ ਭਾਈਵਾਲੀ ਹੁੰਦੀ ਆ, ਗੁਰੂ ਸਾਹਿਬ ਜੀ ਦੇ ਉੱਪਰ ਦੀ ਲੰਘ ਜਾਂਦੀ ਭਾਈਵਾਲੀ। ਸੋ ਇਹ ਬਹੁਤ ਦੁੱਖ ਦੀ ਗੱਲ ਆ ਭਾਈ ਸਾਹਿਬ ਜੀ। ਸੌਰੀ ਮਹਾਰਾਜ, ਮੈਂ ਤੁਸੀਂ ਕੁਝ ਪੁੱਛਣ ਨਹੀਂ ਠੀਕ ਹੈ, ਵਧੀਆ ਤੁਸੀਂ ਕਲੈਰੀਫਿਕੇਸ਼ਨ, ਬਿਕਾਜ਼ ਮੈਂ ਨਹੀਂ ਚਾਹੁੰਦਾ ਕਿ ਕਿਸੇ ਵੀ ਐਂਗਲ ਤੋਂ ਕੋਈ ਗੱਲ ਰਹਿ ਜਾਵੇ। ਦੂਜੀ ਗੱਲ, ਇੱਕ ਇਹ ਤਾਂ ਦੇਣ ਦੀ ਹੋ ਗਈ ਸਰੂਪ। ਜੇ ਕੋਈ ਕਿਸੇ ਨੂੰ ਮਹਾਰਾਜ ਦਾ ਸਰੂਪ ਨਹੀਂ ਚਾਹੀਦਾ, ਉਹ ਕਹਿੰਦੇ ਜੀ ਹੁਣ ਮੈਂ ਮਹਾਰਾਜ ਦਾ ਸਰੂਪ ਜਿਹੜਾ, ਕਿਉਂਕਿ ਗੁਰੂ ਘਰਾਂ ਨੇ ਤਾਂ ਲੈਣਾ ਨਹੀਂ, ਤੇ ਤੁਸੀਂ ਉਹ ਮਹਾਰਾਜ ਦੇ ਸਰੂਪ ਵਾਪਸ ਵੀ ਆਪਣੇ ਸੱਚਖੰਡ ਚ ਲੈਂਦੇ ਆ ਕਿ ਸਿਰਫ ਮਹਾਰਾਜ ਦੇ ਸਰੂਪ ਦਊਂਗੇ ਹੀ, ਲਊਂਗੇ ਨਹੀਂ? ਬਿਲਕੁਲ ਭਾਈ ਜੀ, ਇਹ ਸੱਚਖੰਡ ਸਾਹਿਬ ਬਣਿਆ ਹੀ ਉਹਨਾਂ ਸ਼ਹੀਦਾਂ ਦੀ ਕਿਰਪਾ ਨਾਲ ਆ, ਜਿਨ੍ਹਾਂ ਨੇ ਸਤਿਗੁਰ ਦੀ ਮਹਾਰਾਜ ਜੀ ਅਦਬ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਆਪਣੀਆਂ ਜਾਨਾਂ ਵਾਰੀਆਂ। ਤੇ ਇੱਥੇ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਬਣਿਆ ਆ। ਇੱਥੇ ਸ਼ਹੀਦ ਸਿੰਘਾਂ ਨੇ ਆਪ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਇਹ ਘਰ ਲੈ ਕੇ ਦਿੱਤਾ ਇਹ ਥਾਂ। ਇੱਥੇ ਕੋਈ ਗੁਰਦੁਆਰਾ ਸਾਹਿਬ ਵਾਲੀ ਐਕਟੀਵਿਟੀ ਹੋਣੀ ਨਹੀਂ। ਗੁਰੂ ਸਾਹਿਬ ਜੀ ਦੇ ਆਉਣ ਵਾਸਤੇ, ਗੁਰੂ ਸਾਹਿਬ ਜੀ ਦੇ ਜਾਣ ਵਾਸਤੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਣਾ। ਸੋ ਇਹਦਾ ਮਤਲਬ ਗੁਰੂ ਸਾਹਿਬ ਜਦੋਂ ਮਰਜੀ ਆਉਣ ਤੇ ਜਦੋਂ ਮਰਜੀ ਜਾਣ, ਤੁਸੀਂ ਉਹਨੂੰ ਪੂਰੀ ਉੱਥੇ ਸੇਵਾ ਚ ਲਈ ਹਾਜ਼ਰ ਆ। ਠੀਕ ਹੈ ਜੀ। ਅੱਛਾ, ਇੱਕ ਗੱਲ ਮੈਂ ਹੋਰ ਜਿਹੜੀ ਪੁੱਛਣਾ ਚਾਹੁੰਦਾ, ਜਿਹੜੀ ਕਿ ਮੈਂ ਆਪਣੇ ਵੱਲੋਂ ਪੁੱਛਣਾ ਚਾਹੁੰਦਾ, ਕਈ ਸਰੂਪ ਏਦਾਂ ਦੇ ਹੁੰਦੇ ਨੇ ਜਿਹੜੇ ਗੁਰੂ ਸਾਹਿਬਾਂ ਦੀ ਜਾਂ ਸਾਡੇ ਹਿਸਟੋਰੀਅਨ ਜਾਂ ਸਾਡੇ ਜਿਹੜੇ ਬਾਬੇ ਨੇ ਉਹਨਾਂ ਦੀ ਸ਼ੋਅ ਪ੍ਰਾਪਤ ਨਹੀਂ। ਤੁਹਾਡੇ ਤੋਂ ਕੋਈ ਏਦਾਂ ਦਾ ਸਰੂਪ ਹੈ ਜਿਹੜਾ ਕਿ ਹਿਸਟੋਰੀਕਲ ਹੋਵੇ? ਬਿਲਕੁਲ ਜੀ, ਜਿਹੜੀ ਅਸੀਂ ਇੰਡੀਆ ਤੋਂ ਪਤਾ ਕੀਤਾ ਸੀ, ਜਿਹੜੇ ਜ਼ਿਆਦਾ ਇਸ ਪਾਸੇ ਧਿਆਨ ਆ ਜਿਨ੍ਹਾਂ ਦਾ ਕਿ ਇਹ ਕਾਗਜ਼ ਕਿੰਨਾ ਪੁਰਾਣਾ ਆ, ਇਹ ਸ਼ਾਹੀ ਕਿੰਨੀ ਪੁਰਾਣੀ ਆ, ਉਹਨਾਂ ਦੇ ਹਿਸਾਬ ਨਾਲ ਇੱਕ ਸਤਿਗੁਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਆ, ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ 19 ਸਾਲ ਬਾਅਦ ਦੇ ਆ। ਉਹਨਾਂ ਦੇ ਦੱਸਣ ਮੁਤਾਬਕ, ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈ ਨਹੀਂ ਸੀ, ਪਰ ਚੰਗੇ ਗੁਰਸਿੱਖਾਂ ਨੇ ਸਾਨੂੰ ਇਹ ਦੱਸਿਆ ਕਿ 300 ਸਾਲ ਤੋਂ ਵੱਧ ਪੁਰਾਤਨ ਸਰੂਪ ਆ ਜੀ। ਤੇ ਉੱਥੇ ਗੁਰੂ ਸਾਹਿਬ ਜੀ ਦੇ ਇੱਕ ਹੋਰ ਹੱਥ ਲਿਖਤ ਸਰੂਪ ਆ, ਤੇ ਨਾਲ ਕੁਝ ਛੋਟੇ ਸਰੂਪ, ਸਫਰੀ ਸਰੂਪਾਂ ਤੋਂ ਵੀ ਛੋਟੇ, ਜਿਵੇਂ 2 ਇੰਚ ਦੇ, 3 ਇੰਚ ਦੇ। ਹਾਲਾਂਕਿ ਅਸੀਂ ਉਸ ਚੀਜ਼ਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਕਿ ਗੁਰੂ ਸਾਹਿਬ ਜੀ ਕੋਈ ਕਲਾਕਾਰੀ ਕਰਨ ਵਾਸਤੇ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਇਹ ਪ੍ਰਗਟ ਗੁਰਾਂ ਕੀ ਦੇ ਆ। ਸੋ ਹਾਂ ਜੀ, ਪੁਰਾਤਨ ਸਰੂਪ ਹਨ ਜੀ। ਓਕੇ, ਮੇਰੀ ਇੱਕੋ ਹੀ ਬੇਨਤੀ ਆ, ਕਿਉਂਕਿ ਇਸ ਵੇਲੇ ਸਾਡੀ ਪ੍ਰੋਬਲਮ ਇਹ ਆ ਰਹੀ ਆ ਕਿ ਕੋਈ ਧਿਰ ਆ ਜਿਹੜੀ ਸਾਡਾ ਹਿਸਟੋਰੀਕਲ ਐਵੀਡੈਂਸ ਖਤਮ ਕਰਨਾ ਚਾਹੁੰਦੀ ਆ, ਹਨਾ? ਹਾਂਜੀ। ਤੇ ਜਿਹੜੇ ਏਦਾਂ ਦੇ ਸਰੂਪ ਨੇ ਉਹ ਤੁਸੀਂ ਸਾਰੇ ਪ੍ਰੀਜ਼ਰਵ ਕਰੋਗੇ ਫੋਰ ਹਿਸਟੋਰੀਕਲ ਰੈਫਰੈਂਸਿਸ ਵਾਸਤੇ। ਇਹ ਤੁਹਾਡੀ ਸੰਸਥਾ ਜਿਹੜੀ ਆ ਇਹਨੂੰ ਮੇਨਟੇਨ ਰੱਖੇਗੀ। ਇਜ਼ ਦੈਟ ਕਲੀਅਰ? ਬਿਲਕੁਲ ਭਾਈ ਸਾਹਿਬ ਜੀ, ਉਹ ਜਿਹੜੇ ਪੁਰਾਤਨ ਸਰੂਪ ਆ ਉਹ ਇੱਕ ਗੁਰਸਿੱਖ ਨੇ ਉਹਨਾਂ ਦਾ PDF ਵੀ ਤਿਆਰ ਕਰ ਰਿਹਾ, ਤਾਂ ਕਿ ਉਹ ਗਾਂ ਵੀ ਸਦੀਆਂ ਤੱਕ ਉਹ ਆਪਣੇ ਕੋਲ ਰਵੇ। ਆਪਾਂ ਭਾਈ ਸਾਹਿਬ ਜੀ ਹਰੇਕ ਜਿਹੜੀ ਨਵੀਂ ਟੈਕਨੋਲੋਜੀ ਆ, ਹਰੇਕ ਚੀਜ਼ ਨੂੰ ਵਰਤਣਾ ਚਾਹੁੰਦੇ ਆ। ਅਸੀਂ ਗੁਰੂ ਸਾਹਿਬ ਜੀ ਨਾਲ ਕੋਈ ਏਦਾਂ ਦਾ ਕੋਈ ਵੀ ਸਾਡੀ ਮੱਤ ਇੱਥੇ ਤੱਕ ਹੀ ਆ, ਆਪਾਂ ਨੂੰ ਕੋਈ ਹੋਰ ਵੀ ਸਲਾਹ ਦਿੰਦਾ ਆਪਾਂ ਉਹ ਵੀ ਐਕਸੈਪਟ ਕਰਦੇ ਆ, ਜਿਹੜੀ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਵਧਾਉਣ ਲਈ ਜਾਂਦੀ ਆ।
ਕਦੇ ਵੀ ਅੜੇ ਨਹੀਂ ਕਿ ਅਸੀਂ ਏਦਾਂ ਹੀ ਕਰਨਾ। ਜਿਹੜੀ ਸੌਰੀ ਮੇਰੀ ਉਹ ਗੱਲ ਮਿਸ ਨਾ ਹੋ ਜਾਵੇ ਕਿ ਜਦੋਂ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਗੁਰੂ ਘਰਾਂ ਤੋਂ ਆਉਂਦੇ ਆ ਉਦੋਂ ਵੀ ਸਤਿਕਾਰ ਕਮੇਟੀ ਦੇ ਲੈਟਰ ਹੈਡ ਤੇ ਉਹਨਾਂ ਤੋਂ ਸਾਈਨ ਲਏ ਜਾਂਦੇ ਆ ਜੀ। ਜਦੋਂ ਗੁਰੂ ਸਾਹਿਬ ਜੀ ਜਿਹੜੇ ਜਾਂਦੇ ਆ ਤਿਆਰ ਬਰ ਤਿਆਰ ਹੋ ਕੇ ਉਹਨਾਂ ਦੇ ਵੱਖਰੇ ਫਾਰਮ ਭਰੇ ਜਾਂਦੇ ਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਗ੍ਰੰਥੀ ਸਿੰਘਾਂ ਤੋਂ ਸਾਈਨ ਕਰਵਾਏ ਜਾਂਦੇ ਕਿ ਅੱਜ ਤੋਂ ਇਹਨਾਂ ਪਾਵਨ ਸਰੂਪਾਂ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਪ੍ਰਗਟ ਗੁਰਾਂ ਕੀ ਦੇਹ ਕਰਕੇ ਅਸੀਂ ਮੰਨਦੇ ਹਾਂ। ਤੇ ਲੀਗਲੀ ਤੌਰ ਤੇ ਵੀ ਤੇ ਗੁਰਮਤ ਤੌਰ ਤੇ ਵੀ ਜੇ ਅਸੀਂ ਕੁਛ ਗਲਤ ਗੁਰੂ ਸਾਹਿਬ ਜੀ ਨਾਲ ਕਰਾਂਗੇ ਤੇ ਸਤਿਕਾਰ ਕਮੇਟੀ ਉਹਨਾਂ ਤੇ ਐਕਸ਼ਨ ਲਊਗੀ ਜੀ, ਲੀਗਲੀ ਵੀ ਤੇ ਗੁਰਮਤ ਤੌਰ ਤੇ ਵੀ। ਠੀਕ ਆ। ਇਹ ਡਾਕੂਮੈਂਟੇਸ਼ਨ ਹੋ ਰਹੀ ਇਹ ਆਨਲਾਈਨ ਆ ਕਿ ਤੁਹਾਡੀ ਕੌਨਫੀਡੈਂਸ? ਨਹੀਂ, ਆਪਣੇ ਕੋਲ ਹੈ ਜੀ, ਕਰਕੇ ਉਹ GDPR ਦੇ ਥੱਲੇ ਹੁੰਦਾ ਨਹੀਂ, ਤੁਸੀਂ ਕਿਸੇ ਦਾ ਐਡਰੈਸ ਨਹੀਂ ਸ਼ੇਅਰ ਕਰ ਸਕਦੇ। ਸੋ ਆਪਣੇ ਕੋਲ ਕੰਪਿਊਟਰ ਰਾਈ ਸਾਰਾ ਕੁਝ ਇਵੇਂ ਹੀ ਚੱਲਦਾ ਜੀ। ਅੱਛਾ, ਇੱਕ ਲਾਸਟ ਕੁਐਸਚਨ, ਉਦੋਂ ਬਾਅਦ ਆਪਾਂ ਫੰਡਿੰਗ ਤੇ ਆਉਂਦੇ ਆ। ਜਦੋਂ SGPC ਖੁੱਲੀ ਸੀ, ਸਾਡੀਆਂ ਬਹੁਤ ਸੰਸਥਾਵਾਂ ਖੁੱਲਦੀਆਂ ਜਿਹੜੇ ਗੁਰਸਿੱਖ ਜਿਨ੍ਹਾਂ ਨੇ ਆਪਣਾ ਪੂਰੀ ਲਾਈਫ ਤੇ ਆਪਣਾ ਖੂਨ ਆਪਣਾ ਤਨ ਮਨ ਧਨ ਕਰਕੇ ਇੰਸਟੀਟਿਊਸ਼ਨ ਬਣਾਈਆਂ ਹੁੰਦੀਆਂ। ਹਾਂਜੀ। ਬਾਅਦ ਵਿੱਚ ਹੌਲੀ ਹੌਲੀ ਜਦੋਂ ਤੀਜੀ ਪੀੜ੍ਹੀ ਜਾਂ ਦੂਜੀ ਪੀੜ੍ਹੀ ਆਉਂਦੀ ਉਹਨਾਂ ਦੇ ਵਿੱਚ ਕਰਪਸ਼ਨ ਹੋ ਜਾਂਦੀ ਹੈ ਜਾਂ ਉਹ ਸਾਡੇ ਹੱਥੋਂ ਚਲ ਜਾਂਦੀਆਂ। ਜਿੱਦਾਂ ਅੱਜ ਤੁਸੀਂ ਇਹ ਸੰਸਥਾ ਸਿੱਖਾਂ ਨੂੰ ਸਮਰਪਿਤ ਕਰਕੇ ਜਾਣੀ ਆ, ਹਨਾ? ਇਹ ਤੁਸੀਂ ਕਿੱਦਾਂ ਪ੍ਰੋਟੈਕਟ ਕਰੋਗੇ ਇੱਕ ਆਉਣ ਵਾਲੇ ਸਮੇਂ ਦੇ ਵਿੱਚ RSS ਜਾਂ ਐਂਟੀ ਪੰਥਕ ਜਿਹੜੇ ਐਲੀਮੈਂਟ ਆ ਜਿੱਦਾਂ ਸਾਡੀਆਂ ਬਣੀਆਂ ਇੰਸਟੀਟਿਊਸ਼ਨਾਂ ਨੂੰ ਟੇਕ ਓਵਰ ਕਰ ਲੈਂਦੇ ਆ, ਉਹਨਾਂ ਨੂੰ ਤੁਸੀਂ ਲਾਂਭੇ ਕਿੱਦਾਂ ਰੱਖੋਗੇ? ਇਹ ਬਹੁਤ ਵੱਡਾ ਕੁਐਸਚਨ ਹੈ। ਇਸ ਵੇਲੇ ਤਾਂ ਭਾਈ ਸਾਹਿਬ ਜਿਹੜੀਆਂ ਸੰਸਥਾਵਾਂ ਦਾ ਤੁਸੀਂ ਨਾਂ ਲਿਆ ਉਹ ਤਾਂ ਅਜੇ ਸੱਚਖੰਡ ਸਾਹਿਬ ਬਣਨਾ ਕਿਤੇ ਜਾਵੇ, ਅਜੇ ਤਾਂ ਉਹਨਾਂ ਦਾ ਪੱਬਾਂ ਭਾਰ ਜ਼ੋਰ ਲੱਗਾ ਆ ਕਿ ਆਹ ਸ੍ਰੀ ਸੱਚਖੰਡ ਸਾਹਿਬ ਬਣੇ ਨਾ। ਉਹ ਗੁਰੂ ਘਰਾਂ ਵਿੱਚ ਫੋਨ ਕਰਦੇ ਆ ਕਿ ਸਤਿਕਾਰ ਕਮੇਟੀ ਨੂੰ ਪੈਸੇ ਨਾ ਦਿਓ, ਉਹ ਇਹ ਬਣਨਾ ਨਹੀਂ ਚਾਹੀਦਾ ਸੱਚਖੰਡ ਸਾਹਿਬ। ਉਹਨਾਂ ਦਾ ਤਾਂ ਇਹ ਜ਼ੋਰ ਲੱਗਾ ਆ ਜਿਹੜੇ ਸਿਰਫ ਆਪਣਾ VIP ਟ੍ਰੀਟਮੈਂਟ ਲੈਣਾ ਚਾਹੁੰਦੇ ਆ ਹੋਰ ਦੇਸ਼ਾਂ 'ਚ ਜਾ ਕੇ, ਉਹਨਾਂ ਦਾ ਪੂਰਾ ਜ਼ੋਰ ਲੱਗਾ ਆ। ਭਾਈ ਸਾਹਿਬ ਜੀ ਆਪਾਂ ਕਲੀਅਰ ਕਰ ਦਈਏ, ਉਹ ਕੱਲੇ ਗੁਰਦੁਆਰਾ ਸਾਹਿਬ ਨੂੰ ਫੋਨ ਕਰ ਰਹੇ ਆ ਕਿ ਇਹ ਸੱਚਖੰਡ ਸਾਹਿਬ ਬਣਨਾ ਨਹੀਂ ਚਾਹੀਦਾ, ਇਹਨਾਂ ਨੂੰ ਮਾਇਆ ਨਾ ਦਿਓ। ਪਰ ਉਹਨਾਂ ਨੂੰ ਕਮਲਿਆਂ ਨੂੰ ਇਹ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਸ੍ਰਿਸ਼ਟੀ ਆ, ਇਹ ਸ੍ਰਿਸ਼ਟੀ ਨੂੰ ਸਾਜਣਹਾਰ ਆ, ਉਹਨਾਂ ਦਾ ਘਰ ਬਣਨੋਂ ਰੁਕ ਜਾਊਗਾ ਜੀ? ਕੋਈ ਬੰਦੇ ਮੇਰੇ ਵਰਗੇ ਦੁਨਿਆਵੀ ਲੋਕ ਜਿਨ੍ਹਾਂ ਦੀ ਮੱਤ ਪੁੱਠੀ ਹੋਈ ਆ ਉਹ ਰੋਕ ਦੇਣਗੇ ਜੀ ਗੁਰੂ ਸਾਹਿਬ ਨੂੰ? ਹਾਂ, ਕਿਤੇ ਨਾ ਕਿਤੇ ਛੇ ਮਸੰਦ ਵਾਂਗੂ ਟਰਾਈ ਜ਼ਰੂਰ ਕਰਦੇ ਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੱਥੇ ਵਿੱਚ ਗੋਲੀ ਮਾਰਨੀ ਆ, ਇਹ ਜ਼ਰੂਰ ਕਰਦੇ ਆ ਜੀ, ਪਰ ਮੱਥੇ 'ਚ ਉਹਦੇ ਵੱਜੀ ਸੀ ਮੁੜ ਕੇ। ਇਹ ਚੀਜ਼ਾਂ ਚੇਤਾ ਭੁੱਲ ਜਾਂਦੇ ਅਸੀਂ। ਹਉਮੈ ਹੰਕਾਰ ਪ੍ਰਧਾਨਗੀਆਂ ਚੌਧਰਾਂ ਗੋਲਕਾਂ ਦੀ ਨਸ਼ੇ ਵਿੱਚ ਇਹ ਚੀਜ਼ਾਂ ਆਪਾਂ ਚੇਤੇ ਭੁੱਲ ਜਾਂਦੇ ਆ ਕਿ ਗੁਰੂ ਗ੍ਰੰਥ ਸਤਿਗੁਰ ਸਾਹਿਬ ਜੀ ਸਮਰੱਥ ਗੁਰੂ ਆ। ਇਹ ਗੁਰੂ ਸਾਹਿਬ ਕਿਸੇ ਨਾਲ ਬੈਰ ਨਹੀਂ ਕਮਾਉਂਦੇ, ਪਰ ਜਿਹੜਾ ਗੁਰੂ ਸਾਹਿਬ ਜੀ ਨਾਲ ਕਮਾਉਂਦਾ ਸ਼ਹੀਦ ਸਿੰਘ ਉਹਨੂੰ ਛੱਡਦੇ ਨਹੀਂ। ਇਹ ਆਪਣਾ ਭਰੋਸਾ। ਅਗਲੇ ਜਿਹੜਾ ਤੁਸੀਂ ਸਵਾਲ ਪੁੱਛਿਆ ਭਾਈ ਸਾਹਿਬ ਜੀ, ਇਹ ਸਵਾਲ ਹੈ ਨਾ ਜੀ, ਕਈ ਉਹ ਚੌਧਰੀ ਲੋਕ ਤੁਹਾਡੇ ਵਾਲਾ ਸਵਾਲ ਨਹੀਂ, ਪਰ ਕਈ ਚੌਧਰੀ ਲੋਕ ਪੁੱਛਦੇ ਕਿ ਤੁਹਾਡੇ ਕੋਲ ਤਾਂ 1500 ਸਰੂਪ ਰੱਖਣ ਦੀ ਸਮਰੱਥਾ ਆ, ਕਿੰਨੇ ਸਾਲ ਰੱਖੋਗੇ? ਜੇ 1500 ਤੋਂ 2000 ਹੋ ਗਿਆ ਫਿਰ ਤੁਸੀਂ ਅਗਨ ਭੇਟ ਕਰੋਗੇ? ਏਦਾਂ ਇੱਕ ਗੁਰਦੁਆਰਾ ਸਾਹਿਬ ਦੇ ਸਟੇਜ ਸੈਕਟਰੀ ਨੇ ਗੁਰੂ ਸਾਹਿਬ ਜੀ ਦੀ ਬੈੱਡ ਵੱਲੋਂ ਹੱਥ ਕਰਕੇ ਕਿਹਾ ਕਿ ਇਹਨਾਂ ਦਾ ਕੀ ਕਰਨਾ, ਇਹਨਾਂ ਨੂੰ ਅਗਨ ਭੇਟ ਕਰੋ, ਇੰਡੀਆ ਤੋਂ ਨਵੇਂ ਮਿਲਦੇ ਆ। ਉਹ ਬੰਦਾ ਆਪ 60-65 ਸਾਲ ਦਾ ਆ, ਉਹਨਾਂ ਦੀ ਉਮਰ ਹੀ ਗੁਰੂ ਘਰ ਦੇ ਵਿੱਚ ਨਿਕਲ ਗਈ। ਜਿਹੜਾ ਬੰਦਾ ਸਤਿਗੁਰੂ ਵੱਲੋਂ ਉਂਗਲ ਕਰਕੇ ਕਹਿ ਦੇਵੇ ਕਿ ਇਹਨਾਂ ਨੂੰ ਸਾੜੋ, ਇਹਨਾਂ ਨੂੰ ਅੱਗ ਲਾ ਕੇ ਸਾੜ ਕੇ ਨਵੇਂ ਮਿਲਦੇ ਆ। ਭਾਈ ਸਾਹਿਬ ਜੀ, ਉਹ ਲੋਕਾਂ ਦੇ ਪ੍ਰਬੰਧ ਆ। ਕੀ ਤੁਹਾਡਾ ਕੀ ਖਿਆਲ ਹੈ ਕਿ ਅੱਜ ਇਹਨਾਂ ਸੰਸਥਾਵਾਂ ਦਾ RSS ਵਰਗਿਆਂ ਦਾ ਨਾਂ ਲਿਆ, ਉਹਨਾਂ ਨੇ ਤਾਂ ਆਹ ਸਾਰਾ ਕੁਛ ਰਚ ਦਿੱਤਾ ਜੀ। ਜਦੋਂ ਤੋਂ ਮੰਦਿਰ ਵਿੱਚੋਂ, ਲੰਡਨ ਦੇ ਮੰਦਿਰ ਵਿੱਚੋਂ ਸਤਿਗੁਰਾਂ ਦੇ ਪਾਵਨ ਸਰੂਪ ਆਏ ਆ, ਇਹ ਨਹੀਂ ਕਿਸੇ ਨੇ ਦੇਖਿਆ ਕਿ ਉੱਥੋਂ 40 ਸਾਲ ਤੋਂ ਇੱਕ ਡਾਈਨਿੰਗ ਟੇਬਲ ਤੇ ਗੁਰੂ ਸਾਹਿਬ ਜੀ ਦੇ ਸਰੂਪ ਉਹਨਾਂ ਨੇ ਰੱਖੇ ਸੀ, ਜਰਾਬਾਂ ਪਾ ਕੇ ਕੁਰਸੀ ਤੇ ਬਹਿ ਕੇ ਗੁਰੂ ਸਾਹਿਬ ਜੀ ਦੀ ਤਾਬਿਆ ਬੈਠਦੇ ਸੀ। ਉੱਥੋਂ ਮਹਾਰਾਜ ਜੀ ਦੇ ਸਰੂਪ ਮੁੜ ਕੇ ਸੱਚਖੰਡ ਸਾਹਿਬ ਵਿੱਚ ਆ ਗਏ। ਉਹ ਲੋਕ ਅੱਜ ਇਹ ਕਹਿਣ ਡਏ ਆ ਕਿ ਤੁਹਾਡੇ ਨਾਲ ਅਸੀਂ ਪੰਗਾ ਹੀ ਤਾਂ ਸ਼ੁਰੂ ਕੀਤਾ ਕਰਕੇ ਤੁਸੀਂ ਮੰਦਿਰ ਚੋਂ ਸਰੂਪ ਲੈ ਕੇ ਆਉਂਦੇ ਆ। ਹੁਣ ਇਹ ਦੇਖੋ ਕਿ ਚਲੋ ਮੈਂ ਇਹ ਪਤਾ ਕੀ ਗੱਲ ਹੈ, ਜਿਹੜੇ ਮੋਰੇ ਵੀ ਭਾਜੀ ਆਪਣੇ ਵਰਗੇ ਆ, ਉਹ ਮੇਰੀ ਵੀ ਜੀ ਗੱਲ ਸੁਣੋ। ਦੇਖੋ, ਆਪਾਂ ਹੈਗੇ ਮੀਡੀਆ ਤੇ ਇਸ ਵੇਲੇ ਨਾ, ਆਪਾਂ ਕਿਸੇ ਨੂੰ ਕਿੰਤੂ ਪ੍ਰੰਤੂ ਨਹੀਂ, ਆਪਾਂ ਆਪਣੀ ਗੱਲ ਕਰਨੀ ਕਿ ਅਸੀਂ ਕੀ ਕਰ ਰਹੇ ਹਾਂ। ਦੂਜੀ ਗੱਲ, ਹਾਂ ਦੂਜੀ ਨਹੀਂ, ਉਹ RSS ਨੂੰ ਆਪਾਂ ਕਹਿ ਸਕਦੇ ਹਾਂ, ਪਰ ਗੱਲ ਕੀ ਆ ਮੈਂ ਕਲੀਅਰ ਕਰ ਦੇਵਾਂ। ਦੇਖੋ, ਹਰੇਕ ਘਰ ਦਾ ਆਪਣਾ ਤਾਣਾ ਬਾਣਾ, ਹਨਾ, ਕਿਉਂਕਿ ਉਹ ਆਪਣੇ ਮੰਦਿਰ ਦੇ ਵਿੱਚ ਨੰਗੇ ਸਿਰ ਵੀ ਜਾ ਸਕਦੇ ਆ, ਕਈ ਉਹਨਾਂ ਦੀਆਂ ਆਪਣੀਆਂ ਰੀਤੀ ਰਿਵਾਜ ਨੇ, ਹਨਾ। ਕਈ ਇਨੋਸੈਂਟ ਵਿਚਾਰੇ ਵੀ ਹੈਗੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਕੱਖ ਨਹੀਂ। ਸਿੱਖਾਂ ਦੇ ਵਿੱਚ ਵੀ ਬਹੁਤ ਆ,
ਉਹ ਇਹਦਾ ਮਤਲਬ ਇਹ ਨਹੀਂ ਕਿ ਉਹ ਬੇਅਦਬੀ ਕਰ ਰਹੇ ਆ, ਕਿਉਂਕਿ ਉਹਨਾਂ ਦੀ ਲੈਕ ਆਫ ਨੌਲੇਜ ਹੀ ਉਨੀ ਆ, ਕਿਉਂਕਿ ਉਹਨਾਂ ਨੂੰ ਦੱਸਿਆ ਹੀ ਉਨਾ ਗਿਆ ਪਰਿਵਾਰਾਂ ਦੇ ਵਿੱਚ। ਉਹ ਜਦੋਂ ਉਹਨਾਂ ਨੂੰ ਦੱਸਦੇ ਆ ਉਹ ਬੰਦੇ ਸਹੀ ਹੋ ਜਾਂਦੇ ਆ। ਪਰ ਆ ਜਿਹੜੇ ਗੁਰੂ ਘਰਾਂ ਦੇ ਨੁਮਾਇੰਦੇ ਇਹ ਗੱਲ ਕਹਿ ਦੇਣ ਕਿ ਇਹਨਾਂ ਨੂੰ ਸਾੜੂਗੇ, ਵਰਡਿੰਗ ਵੀ ਦੇਖੋ, ਸਾੜੂਗੇ, ਹਨਾ, ਅਗਨ ਭੇਟ, ਉਹ ਬੰਦਿਆਂ ਦੇ ਉੱਤੇ ਤਾਂ ਸਾਡਾ ਗੁੱਸਾ ਬਹੁਤ ਜਾਇਜ਼ ਬਣਦਾ ਕਿ ਇਦਾਂ ਦੇ ਬੰਦੇ ਸਾਨੂੰ ਲੀਡ ਕਰ ਰਹੇ ਨੇ। ਤੇ ਹੁਣ ਮੈਂ ਆਪਣੀ ਟੈਕਨੀਕਲ ਟੀਮ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਗੋ ਫੰਡ ਦਾ ਪੇਜ ਆ ਉਹ ਲਾ ਦਿੱਤਾ ਜਾਵੇ ਕਿ ਜਿਹੜੀ ਵੀ ਸੰਗਤ ਇਸ ਕਾਰਜ ਦੇ ਵਿੱਚ ਆਪਣਾ ਦਸਵੰਧ ਜਾਂ ਸੇਵਾ ਕਰਨੀ ਚਾਹੁੰਦੀ ਆ, ਉਹ ਭਾਈ ਸਾਹਿਬ, ਉਹਦੇ ਨਾਲ ਸਾਡੇ ਅਦਾਰੇ ਦਾ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਇਹ ਜਿਹੜਾ ਕੰਮ ਕਰ ਰਹੇ ਨੇ ਇਹ ਸ਼ਲਾਘਾਯੋਗ ਆ। ਪੰਥ ਦੀ ਕਚਹਿਰੀ ਦੇ ਵਿੱਚ ਸਾਡੀ ਜ਼ਿੰਮੇਵਾਰੀ ਆ ਕਿ ਪੰਥ ਦੇ ਵਿੱਚ ਕੋਈ ਵੀ ਗੁਰਸਿੱਖ ਜੋ ਸਿੱਖੀ ਦੀ ਸੇਵਾ ਕਰਦਾ, ਡਾਇਰੈਕਟਲੀ ਇਨਡਾਇਰੈਕਟਲੀ, ਉਹਦੀ ਗੱਲ ਸੰਗਤ ਤੱਕ ਪਹੁੰਚਾਈ ਜਾਵੇ। ਠੀਕ ਹੈ ਨਾ, ਇਹ ਸਾਡਾ ਫਰਜ਼ ਆ ਜੋ ਅਸੀਂ ਨਿਭਾ ਰਹੇ ਹਾਂ। ਸੋ ਮੈਂ ਟੈਕਨੀਕਲ ਟੀਮ ਨੂੰ ਬੇਨਤੀ ਕਰੂੰਗਾ ਕਿ ਜਿਹੜੀ ਮੈਂ ਪਹਿਲੋਂ ਘੱਲੀਆਂ ਸੀ ਸਟਾਰਟਿੰਗ ਦੇ ਵਿੱਚ ਗੋ ਫੰਡ ਪੇਜ ਦੇ ਉੱਤੇ, ਉਹ ਲਾ ਦਿੱਤੀ ਜਾਵੇ। ਤੇ ਭਾਈ ਸਾਹਿਬ, ਹੁਣ ਤੁਹਾਡੇ ਤੋਂ ਲਾਸਟ 5 ਮਿੰਟ ਨੇ ਤੇ ਤੁਸੀਂ ਫੰਡਿੰਗ ਬਾਰੇ ਜੋ ਤੁਹਾਡੇ ਮਨ 'ਚ ਤੁਸੀਂ ਕਹਿਣਾ ਚਾਹੁੰਦੇ ਆ ਤੇ ਤੁਸੀਂ ਖੁੱਲ ਕੇ ਕਹਿ ਸਕਦੇ, ਸੰਗਤ ਸੁਣ ਰਹੀ ਹੈ ਜੀ। ਹਾਂਜੀ ਭਾਈ ਸਾਹਿਬ ਜੀ, ਜਿਹੜੀ ਸਤਿਕਾਰ ਕਮੇਟੀ ਦੇ ਜਿੰਨੇ ਵੀ ਸੇਵਾਦਾਰ ਸੇਵਾ ਕਰਦੇ ਆ ਜੀ, ਉਹ ਸਾਰੇ ਹੀ ਕੰਮ ਕਰਦੇ ਆ। ਕੋਈ ਵੀ ਜਾਣਾ ਸਤਿਕਾਰ ਕਮੇਟੀ ਵਿੱਚੋਂ ਇੱਕ ਵੀ ਪੈਨੀ ਲੈਂਦਾ ਨਹੀਂ, ਸਗਾ ਅਕਾਊਂਟ ਵਿੱਚ ਪਾਉਂਦੇ ਹੀ ਰਹੇ ਆ ਹੁਣ ਤੱਕ ਜੀ। ਪਰ ਆ ਜਿਹੜੀ ਗੁਰੂ ਸਾਹਿਬ ਜੀ ਨੇ ਸੇਵਾ ਲਈ ਆ 7 ਲੱਖ ਪਾਉਂਡ ਵਾਲੀ, ਇਹ ਸਾਡੀ ਵੀ ਚਲੋ ਲਾ ਲਓ ਕਿ ਘੇਰੇ ਤੋਂ ਬਹੁਤ ਵੱਡੀ ਆ। ਤਾਂ ਹੀ ਆਪਾਂ ਸਤਿਗੁਰ ਸਾਹਿਬ ਜੀ ਦੀ ਜਿਹੜੀ ਸੰਗਤ ਆ, ਗੁਰੂ ਸਾਹਿਬ ਜੀ ਕਹਿੰਦੇ ਆ ਕਿ ਸੰਗਤ ਜਿਹੜੀ ਇਹ ਕਾਮ ਧਨ ਗਊ ਆ, ਇਹਨਾਂ ਦੇ ਚਰਨਾਂ ਵਿੱਚ ਜਦੋਂ ਵੀ ਅਰਦਾਸ ਕਰੂੰਗੇ ਉਹ ਸਦਾ ਹੀ ਉਹ ਪੂਰੀ ਹੁੰਦੀ ਆ। ਤੇ ਪੂਰੀ ਸੰਗਤ ਨੇ ਕਰਨੀ ਆ। ਜਿੰਨੇ 20-30 ਮਿਲੀਅਨ ਦੇ ਗੁਰਦੁਆਰਾ ਸਾਹਿਬ ਬਣੇ ਆ ਵੀ ਸੰਗਤ ਨੇ ਬਣਾਏ ਆ ਜੀ। ਤੇ ਆ ਵੀ ਸਥਾਨ, ਕਿਉਂਕਿ ਇਹ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਣੇ ਆ, ਤੇ ਉਹਦੇ ਲਈ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਹੁਣ ਤੱਕ ਭਾਜੀ ਕਲੀਅਰਲੀ ਆਪਾਂ ਦੱਸਦੇ ਆ ਕਿ ਜਿਹੜੇ ਸਿੰਘਾਂ ਨੇ ਪਲੈਜ ਕੀਤਾ ਸੀਗਾ, ਉਹਨਾਂ ਦੇ ਹਿਸਾਬ ਨਾਲ ਮੈਂ ਦੱਸ ਰਿਹਾ ਕਿ ਐਤਵਾਰ ਤੱਕ 4 ਲੱਖ ਪਾਉਂਡ ਹੋ ਜਾਣਾ, ਤੇ ਉੱਪਰ ਆਪਾਂ ਨੂੰ 2.5 ਤੋਂ 3 ਲੱਖ ਪਾਉਂਡ ਹੋਰ, ਜਿਹਦੀ ਕੰਪਲੀਸ਼ਨ ਡੇਟ ਉਦਾਂ ਤਾਂ ਕੱਲ ਨੂੰ ਆ, ਪਰ ਅਸੀਂ ਉਹਨਾਂ ਤੋਂ ਐਕਸਟੈਂਸ਼ਨ ਮੰਗੀ ਆ ਕਿ ਥੋੜੀ ਜਿਹੀ ਹੋ ਜਾਵੇ ਤਾਂ ਕਿ ਸਾਰੀ ਮਾਇਆ ਦੇ ਦਿੱਤੀ ਜਾਵੇ। ਉਹਦੇ ਲਈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਇਹ ਪਾਵਨ ਸਥਾਨ ਤਿਆਰ ਹੋਣੇ ਆ, ਤੇ ਇਹ ਹਿਸਟਰੀ ਬਣਨ ਜਾ ਰਹੀ ਹੈ ਕਿ ਦੁਨੀਆ ਵਿੱਚ ਸਭ ਤੋਂ ਵੱਡੇ ਸ੍ਰੀ ਸੱਚਖੰਡ ਸਾਹਿਬ ਇਹ ਤਿਆਰ ਹੋ ਰਹੇ ਆ। ਕਿਉਂਕਿ ਕਈਆਂ ਨੇ ਸ਼ੰਕਾ ਕਰਨਾ ਕਿ ਇੰਡੀਆ ਵਿੱਚ ਫਲਾਨੀ ਸੰਸਥਾ ਕੋਲ ਤਾਂ 5000 ਸਰੂਪ ਹੈ, 10,000, ਪਰ ਉਹਨਾਂ ਨੇ ਭਾਈ ਸਾਹਿਬ ਜੀ ਪੈਲਟਾਂ ਦੇ ਉੱਪਰ ਰੱਖ ਕੇ ਮਹਾਰਾਜ ਜੀ ਨੂੰ ਰੈਪ ਕਰਕੇ ਰੈਕਾਂ ਦੇ ਵਿੱਚ ਟਿਕਾਇਓ ਆ। ਉਹ ਸੱਚਖੰਡ ਸਾਹਿਬ ਨਹੀਂ ਕਹਿ ਸਕਦੇ, ਉਹ ਇੱਕ ਸਟੋਰੇਜ ਉਹਨਾਂ ਲਈ ਹੋ ਸਕਦਾ। ਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰਾਂ ਲਈ ਨਵੇਂ ਪਲੰਗ ਜਿਹੜੇ ਲੱਗਣੇ ਆ, ਗੁਰੂ ਸਾਹਿਬ ਜੀ ਤੇ ਚਵਰ ਛਤਰ ਤਖਤ ਸਤਿਗੁਰ ਸਾਹਿਬ ਨੂੰ ਕਹਿੰਦੇ ਆ ਕਿ ਮਾਲਕ ਆ, ਤੇ ਮਹਾਰਾਜ ਜੀ ਤੇ ਉੱਥੇ ਚੌਰ ਸਾਹਿਬ ਵੀ ਝੁੱਲਣੇ ਆ, ਗੁਰੂ ਸਾਹਿਬ ਜੀ ਦੀਆਂ ਸਭਿਆਵਾਂ ਵੀ ਚੱਲਣੀਆਂ ਆ। ਉਹਦੇ ਵਾਸਤੇ ਆਪਾਂ ਸਾਰੀ ਸੰਗਤ ਨੂੰ ਪੋਲਿਟਿਕਸ ਪੰਜਾਬ ਦੇ ਇਸ ਚੈਨਲ ਦੇ ਥਰੂ ਆਪਾਂ ਬੇਨਤੀ ਕਰਦੇ ਹਾਂ ਕਿ ਇਸ ਪਾਸਿਓਂ ਕਮੀ ਨਾ ਰੱਖਿਓ। ਹਾਂ, ਜੇ ਕੋਈ ਸਿੱਖ ਮਾਇਆ ਇੰਟਰਸਟ ਫ੍ਰੀ ਲੋਨ ਤੱਕ ਦੇ ਸਕਦਾ ਆ, ਤੇ ਮੈਂ ਜਾਂ ਨਾਲ ਦੇ ਜਿਹੜੇ ਸੇਵਾਦਾਰ ਆ, ਅਸੀਂ ਆਪਣੇ ਘਰ ਦੀਆਂ ਰਜਿਸਟਰੀਆਂ ਉਹਨਾਂ ਨੂੰ ਦੇ ਦਿੰਦੇ ਕਿ ਜਦੋਂ ਅਸੀਂ ਉਹਨਾਂ ਦੇ ਪੈਸੇ ਮੋੜ ਦੇਵਾਂਗੇ ਉਦੋਂ ਸਾਨੂੰ ਮੋੜ ਦਿਓ। ਉਹ ਤਾਂ ਕਰਕੇ ਭਾਈ ਸਾਹਿਬ ਜੀ, ਕਿਉਂਕਿ ਔਕਸ਼ਨ ਵਾਲੀ ਪ੍ਰਾਪਰਟੀ ਦੇ ਤੁਹਾਨੂੰ ਪਹਿਲਾਂ ਪੈਸੇ ਦੇਣੇ ਪੈਂਦੇ ਆ, ਉਹਦੇ ਤੇ ਤੁਹਾਨੂੰ ਮੋਰਗੇਜ ਵਗੈਰਾ ਨਹੀਂ ਮਿਲਦੀ, ਤੇ ਜੇ ਬ੍ਰਿਜਿੰਗ ਲੋਨ ਵਗੈਰਾ ਮਿਲਦਾ ਉਹ ਕਾਫੀ ਹਾਈ ਰੇਟ ਤੇ ਮਿਲਦਾ। ਅਸੀਂ ਹਰ ਇੱਕ ਚੀਜ਼ ਸੰਗਤ ਦੇ ਮੋਹਰੇ ਰੱਖਣਾ ਚਾਹੁੰਦੇ ਆ, ਲੁਕੋ ਕੇ ਕੁਛ ਕਰਨਾ ਨਹੀਂ ਚਾਹੁੰਦੇ, ਨਾ ਅੱਜ ਤੱਕ ਕੀਤਾ ਕਿ ਇੰਨੇ ਪੈਸੇ ਹੋਏ ਆ। ਸਾਧ ਸੰਗਤ ਜਦੋਂ ਮਰਜੀ ਆ ਕੇ ਉਹ ਸਾਡੇ ਅਕਾਊਂਟ ਦੇਖ ਲੈਣ, ਉਹ ਚੈੱਕ ਕਰ ਲੈਣ ਕਿ ਸੱਚੀ ਇੰਨੇ ਪੈਸੇ ਆਏ, ਤਾਂ ਹੀ ਇਹ ਗੋ ਫੰਡਮੀ ਵਾਲਾ ਚਲਾਇਆ। ਪਰ ਕੁਝ ਸਿਆਣੇ ਜਿਹੜੇ ਉਹ ਨਹੀਂ ਆਨਲਾਈਨ ਕਰਦੇ, ਉਹ ਫਿਰ ਬੈਂਕ ਅਕਾਊਂਟ ਮੰਗ ਲੈਂਦੇ, ਤੇ ਬੈਂਕ ਅਕਾਊਂਟ ਕਿਉਂਕਿ ਚੈਰਿਟੀ ਥਰੂ ਚੱਲਦਾ ਹੈ ਸਾਰਾ ਕੁਛ, ਤੇ ਉਹਦੇ ਵਿੱਚ ਵੀ ਸਾਰੀ ਟਰਾਂਸਪੇਰੈਂਸੀ ਆ, ਉਹ ਵੀ ਆਪਾਂ ਇੱਕ ਪੈਨੀ ਸੰਗਤ ਨੂੰ ਕਲੀਅਰ ਕਰਾਂਗੇ ਜੀ ਜ਼ਰੂਰ। ਠੀਕ ਹੈ ਜੀ, ਇਹ ਤੁਹਾਡਾ ਆਪਣਾ ਪਹਿਲਾ ਸ਼ੋਅ। ਕੋਈ ਹੋਰ ਚੀਜ਼ ਗੱਲ ਕਹਿਣਾ ਚਾਹੁੰਦੀ ਹੋਵੇ ਬਾਅਦ ਚ ਤੁਹਾਡੇ ਮਨ ਚ? ਇੱਕ ਚੀਜ਼ ਮੈਨੂੰ ਚੇਤਾ ਭੁੱਲ ਗਈ ਭਾਈ ਸਾਹਿਬ ਜੀ, ਕਿ ਜਿੱਥੇ ਸਤਿਗੁਰਾਂ ਦੇ ਪਾਵਨ ਸਰੂਪਾਂ ਦੀ ਸੇਵਾ ਚੱਲਦੀ ਆ, ਉੱਥੇ ਆਪਣੇ ਕੋਲ ਤਕਰੀਬਨ 1 ਲੱਖ ਤੋਂ ਵੱਧ ਗੁਟਕਾ ਸਾਹਿਬ ਪੋਥੀਆਂ ਆ ਜੀ, ਜਿਹੜੀਆਂ ਗੁਰੂ ਘਰਾਂ ਵਿੱਚ ਥਾਂ ਨਹੀਂ ਮਿਲਿਆ ਜੀ ਰੱਖਣ ਵਾਸਤੇ। ਇੱਕ ਗੁਰਦੁਆਰਾ ਸਾਹਿਬ ਨੇ 2 ਸਾਲ ਲਈ ਲਿਖਤੀ ਤੌਰ ਤੇ ਐਗਰੀਮੈਂਟ ਕੀਤਾ ਸੀ, ਫਿਰ ਉਹਨਾਂ ਨੇ ਕਹਿ ਦਿੱਤਾ ਕਿ ਚਲੋ ਖਾਲੀ ਕਰ ਦਿਓ ਕਮਰਾ ਕਰਕੇ, ਸਾਨੂੰ ਚਾਹੀਦਾ। ਫਿਰ ਇੱਕ ਭਗਤ ਰਵਿਦਾਸ ਗੁਰਦੁਆਰਾ ਸਾਹਿਬ ਸੀ, ਉਹਨਾਂ ਨੇ 6-8 ਮਹੀਨੇ ਉਹਨਾਂ ਨੇ ਟਾਈਮ ਲਗਾਇਆ। ਹੁਣ ਉਹ ਗੁਟਕਾ ਸਾਹਿਬ ਇੱਕ ਸਿੰਘ ਦੀ ਫੈਕਟਰੀ ਦੇ ਵਿੱਚ ਆ,
ਥਾਂ ਹੈ ਨਹੀਂ ਗੁਰਦੁਆਰਾ ਸਾਹਿਬ ਵਿੱਚ ਗੁਟਕਾ ਸਾਹਿਬ ਪੋਥੀਆਂ ਰੱਖਣ ਵਾਸਤੇ। ਸੋ ਤਾਂ ਆਪਾਂ ਬਹੁਤ ਮਜਬੂਰ ਸੀ ਭਾਜੀ, ਦੁਖੀ ਹੋ ਕੇ ਨਹੀਂ ਇਹ ਕਹਿੰਦੇ ਸੀਗੇ ਜੀ ਥਾਂ ਚਾਹੀਦਾ ਜੀ। ਦੇਖੋ ਜੀ, ਜਿਹੜਾ ਤੁਹਾਡਾ ਉਦਮ ਆ ਇਹ ਸ਼ਲਾਘਾਯੋਗ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਦੂਜੀ ਗੱਲ, ਜਿਹੜੀਆਂ ਸੰਸਥਾਵਾਂ ਦਾ ਭਾਈ ਸਾਹਿਬ ਨੇ ਨਾਂ ਲਿਆ, ਰਵਿਦਾਸ ਮਹਾਰਾਜ ਗੁਰਦੁਆਰੇ ਦਾ, ਉਹਨਾਂ ਦਾ, ਜਿਹੜੇ ਫੈਕਟਰੀ ਦੇ ਵਿੱਚ ਸਿੰਘਾਂ ਨੇ ਦਿੱਤਾ ਉਹਨਾਂ ਦਾ ਵੀ, ਕਿਉਂਕਿ ਕਈ ਲੋਕੀ ਦਿਸਦੇ ਆ ਤੇ ਕਈ ਨਹੀਂ ਦਿਸਦੇ। ਇਸ ਵੇਲੇ ਤੁਸੀਂ ਉਹਨਾਂ ਦੇ ਮਾਊਥ ਪੀਸ ਆ ਕਿ ਜਿਹੜੀ ਵੀ ਕਿਸੇ ਨੇ ਵੀ ਤੁਹਾਡੀ ਸੇਵਾ ਕੀਤੀ, ਕਿਸੇ ਦਾ ਧੰਨਵਾਦ ਕਰਨਾ ਤੁਸੀਂ ਕਰ ਸਕਦੇ ਆ, ਪਰ ਐਂਡ ਆਫ ਦੀ ਡੇ ਗੁਰੂ ਸਾਰਿਆਂ ਦਾ ਸਾਂਝਾ, ਕਿਸੇ ਦੀ ਧੰਨਵਾਦ ਕਰਨ ਦੀ ਵੀ ਉਹਦਾ ਲੋੜ ਨਹੀਂਗੀ। ਪਰ ਗੱਲ ਥੈਂਕ ਯੂ ਤੁਹਾਡਾ ਬਹੁਤ ਬਹੁਤ, ਤੇ ਸੱਚੇ ਪਾਤਸ਼ਾਹ ਤੁਹਾਨੂੰ ਕਾਮਯਾਬੀ ਬਖਸ਼ੇ, ਕਿਉਂਕਿ ਅੱਜ ਤੁਹਾਡਾ ਜਿਹੜਾ ਇੰਟਰੋਡਕਸ਼ਨ ਸੀ ਸੰਗਤ ਤਾਈ, ਉਹ ਗੱਲ ਚਲੇ ਗਈ ਆ। ਤੇ ਹੌਲੀ ਹੌਲੀ ਹੁਣ ਜੇ ਕਿਤੇ ਲੋੜ ਪਈ ਆਪਾਂ ਤੁਹਾਨੂੰ ਬਾਅਦ ਵਿੱਚ ਫੇਰ ਯਾਦ ਕਰਾਂਗੇ, ਤੇ ਜੇ ਤੁਹਾਨੂੰ ਲੱਗਦਾ ਹੋਇਆ ਕਿ ਇੱਕ ਵਾਰੀ ਫੇਰ ਯਾਦ ਕਰਨ ਦੀ ਲੋੜ ਆ, ਸੰਗਤ ਨੂੰ ਰਿਮਾਈਂਡ ਕਰਨ ਦਾ, ਤੇ ਆਪਾਂ ਉਹ ਵੀ ਕਰਾਂਗੇ। ਤੇ ਸੈਕਿੰਡ ਲੈ ਕੇ ਮੈਂ ਇੱਕ ਬੇਨਤੀ ਕਰ ਦਵਾਂ ਜੀ। ਹਾਂਜੀ, ਜਿਹੜਾ ਨਾ ਜੀ ਬਾਹਰ, ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਬਾਹਰ ਜਿਹੜੇ ਕੋਈ ਰੂਮਰਸ ਫੈਲਾ ਰਿਹਾ, ਉਹਦੇ ਲਈ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਕੋਲ ਕੋਈ ਸ਼ੰਕਾ ਸਵਾਲ ਹੋਵੇ, ਐਨੀ ਟਾਈਮ ਸਾਨੂੰ ਫੋਨ ਕਰਕੇ, ਸਾਨੂੰ ਸੱਦ ਕੇ, ਅਸੀਂ ਹਰ ਤਰੀਕੇ ਦੀ ਕਲੈਰਿਟੀ ਉਹਨਾਂ ਨੂੰ ਦਵਾਂਗੇ, ਉਹਨਾਂ ਨੂੰ ਸੈਟੀਸਫਾਈ ਕਰਾਂਗੇ ਹਰੇਕ ਤਰੀਕੇ ਨਾਲ, ਗੁਰਮਤ ਅਨੁਸਾਰ। ਜਿਵੇਂ ਸਤਿਗੁਰ ਸਾਹਿਬ ਕਹਿੰਦੇ ਗੁਰਮੁਖ ਵੈਸਾ ਸ਼ਫਾ ਵਿਛਾਏ, ਉਹਨਾਂ ਨਾਲ ਬੈਠ ਕੇ ਗੱਲ ਕੀਤੀ ਜਾਊ। ਪਰ ਕੋਈ ਵੀ ਜਾਣਾ ਇਵੇਂ ਮਨ ਵਿੱਚ ਨਫ਼ਰਤ ਨਾ ਭਰ ਲਵੇ ਕਿ ਕੋਈ ਕਿਸੇ ਨੇ ਫੋਨ ਕਰਨ ਤੇ ਇੱਕ ਪਾਸਾ ਹੀ ਸੁਣਿਆ ਜਾਵੇ, ਦੂਜਾ ਪਾਸਾ ਜ਼ਰੂਰ ਸੁਣ ਲਿਆ ਜਾਵੇ। ਇਹ ਸਾਡੀ ਬੇਨਤੀ ਹੈ ਜੀ। ਨਹੀਂ ਠੀਕ ਹੈ, ਬਹੁਤ ਵਧੀਆ। ਤੇ ਇੱਕ ਗੱਲ ਮੈਂ ਹੋਰ ਕਹਿ ਦੇਵਾਂ ਇੱਥੇ ਭਾਈ ਸਾਹਿਬ ਦੇ ਜਾਣ ਤੋਂ ਪਹਿਲਾਂ, ਕਿ ਇੱਕ ਇਹਨਾਂ ਦਾ ਪੇਜ ਹੈ ਜੀ ਗੋ ਫੰਡਿੰਗ ਦੇ ਉੱਤੇ, ਤੁਸੀਂ ਉਹਦੇ ਉੱਤੇ ਜਾ ਕੇ ਵੀ ਡੋਨੇਸ਼ਨ ਦੇ ਸਕਦੇ ਆ, ਇਹਨਾਂ ਦੇ ਨਾਲ ਵੀ ਰਾਬਤਾ ਕਰ ਸਕਦੇ ਆ। ਤੇ ਦੂਜੀ ਗੱਲ ਇੱਕ ਹੋਰ, ਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ, ਜਿਸ ਹਿਸਾਬ ਇਹਨਾਂ ਨੇ ਕਿਹਾ ਕਿ ਲੱਖਾਂ ਜਿਹੜੇ ਗੁਟਕੇ ਸਾਹਿਬ ਨੇ ਉਹ ਇਹਨਾਂ ਦੇ ਕੋਲ ਪਏ ਨੇ, ਤੇ ਮੈਂ ਇਹਨਾਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਭਾਈ ਸਾਹਿਬ ਜੇ ਹੁਣ ਆਨਲਾਈਨ ਮੈਨੂੰ ਪਤਾ ਨਹੀਂ ਕਹਿਣਾ ਚਾਹੀਦਾ ਕਿ ਨਹੀਂ, ਆਪਣੀ ਸਿੱਖ ਮਿਸ਼ਨਰੀ ਸੁਸਾਇਟੀ ਜਾਂ ਗੁਰੂ ਘਰਾਂ ਦੇ ਵਿੱਚ ਬਹੁਤ ਲੋਕੀ ਸਟਾਲ ਲਾ ਕੇ ਗੁਟਕੇ ਜਾਂ ਇਦਾਂ ਦੀਆਂ ਚੀਜ਼ਾਂ ਸੰਗਤ ਨੂੰ ਵੇਚਦੇ ਨੇ ਗੁਰਦੁਆਰਿਆਂ 'ਚ। ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਉਹ ਜਿਹੜੇ ਪੰਜਾਬ ਤੋਂ ਮੰਗਵਾਉਂਦੇ ਹੋ, ਉਹ ਤੁਸੀਂ ਭਾਈ ਸਾਹਿਬ ਨਾਲ ਕੰਟੈਕਟ ਕਰੋ। ਇੱਕ ਇਹ ਸ਼ਾਇਦ ਤੁਹਾਨੂੰ ਫ੍ਰੀ 'ਚ ਸੇਵਾ ਕਰ ਦੇਣ, ਜਾਂ ਤੁਸੀਂ ਜਿੰਨੀ ਕਰ ਸਕਦੇ ਸੇਵਾ ਕਰ ਦਿਓ, ਉੱਥੋਂ ਨਾ ਮੰਗਾਓ। ਇਹ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਕੋਲ ਲੱਖਾਂ ਗੁਟਕੇ ਮਹਾਰਾਜ ਦੇ ਸਰੂਪ, ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਸਾਨੂੰ ਆਉਣ ਵਾਲੇ ਡੈਕੇਡਸ ਤੱਕ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪਣ ਦੀ ਲੋੜ ਨਹੀਂ। ਇਹ ਗੱਲ ਨੂੰ ਆਪਾਂ ਧਿਆਨ 'ਚ ਰੱਖੀਏ। ਤੇ ਜਿਹੜੇ ਵੀ ਬੰਦੇ ਨੇ ਗੁਟਕਾ ਸਾਹਿਬ ਲੈਣਾ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈਣਾ, ਤੇ ਉਹ ਭਾਈ ਸਾਹਿਬ ਨਾਲ ਕੰਟੈਕਟ ਕਰ ਸਕਦਾ। ਠੀਕ ਹੈ ਭਾਈ ਸਾਹਿਬ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ, ਤੁਸੀਂ ਆਪਣਾ ਟਾਈਮ ਕੱਢਿਆ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਮਨਵੀਰ ਸਿੰਘ ਜੀ, ਸਤਕਾਰ ਕਮੇਟੀ ਯੂਕੇ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਕਾਰ ਤੇ ਉਹਨਾਂ ਦੀ ਸੇਵਾ ਸੰਭਾਲ ਨੂੰ ਲੈ ਕੇ ਕੌਮ ਦੀ ਸੇਵਾ ਕਰ ਰਹੇ ਨੇ। ਕਈ ਵਾਰੀ ਤੁਸੀਂ ਬਹੁਤ ਵੱਡੇ ਵੱਡੇ ਚਿਹਰੇ ਦੇਖਦੇ ਆ ਆਪਣੇ ਲੀਡਰਾਂ ਦੇ, ਹਨਾ, ਤੇ ਫਿਰ ਬਾਅਦ ਚ ਨਿਰਾਸ਼ਾ ਹੁੰਦੀ ਆ। ਜਿਹੜੇ ਗੁਰੂ ਨੂੰ ਸਮਰਪਿਤ ਨੇ, ਤੁਸੀਂ ਉਹਨਾਂ ਨੂੰ ਵੀ ਮੌਕਾ ਦਿਆ ਕਰੋ। ਸੋ ਮੈਂ ਇੱਕ ਗੱਲ ਹੋਰ ਕਹਿ ਦੇਵਾਂ ਕਿ ਆਪਾਂ ਜਿਸ ਤਰ੍ਹਾਂ ਭਾਈ ਸਾਹਿਬ ਮਨਵੀਰ ਸਿੰਘ